वेलकम टू राज मल्होत्रा's IAS। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਅਸੀਂ ਪਿਛਲੇ 3 ਜਿਹੜੇ ਸਾਡੇ PCS ਦੇ ਪ੍ਰੀਲਿਮਸ ਐਗਜ਼ਾਮਸ ਹੋਏ ਨੇ ਉਹਦੇ ਅਸੀਂ ਇਕਨੋਮਿਕਸ ਦੇ ਕੁਐਸਚਨ ਡਿਸਕਸ ਕਰਾਂਗੇ ਤੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁਐਸਚਨਸ ਕਿੱਥੋਂ ਪੁੱਛੇ ਜਾਂਦੇ ਨੇ ਤੇ ਸਟੈਟਿਕ ਦਾ ਕਿੰਨਾ ਪਾਰਟ ਆਉਂਦਾ ਹੈ ਪੇਪਰਸ ਤੇ ਕਰੰਟ ਦਾ ਕਿੰਨਾ ਪਾਰਟ ਆਉਂਦਾ ਹੈ। ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਲਾਸਟ ਐਗਜ਼ਾਮ ਹੋਇਆ 2018 ਉਹਦੇ ਕੁਐਸਚਨਸ ਦੇਖਾਂਗੇ। ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈ ਕੁਐਸਚਨ ਨੰਬਰ 21 ਸੇਤੂ ਭਾਰਤਮ ਪ੍ਰੋਜੈਕਟ ਇਜ਼ ਕਨੈਕਟਡ ਵਿਦ ਵਿਚ ਆਫ ਦ ਫੋਲੋਇੰਗ ਟਰਾਂਸਪੋਰਟ ਸੈਕਟਰਸ। ਇਹ ਸਭ ਤੋਂ ਈਜ਼ੀ ਵਾਲੇ ਕੁਐਸਚਨਸ ਦੀ ਕੈਟਾਗਰੀ ਵਿੱਚ ਆਉਂਦਾ ਹੈ ਤੇ ਜਿਹੜਾ ਸੇਤੂ ਭਾਰਤਮ ਪ੍ਰੋਜੈਕਟ ਹੈ ਇਹ ਤੁਹਾਡੇ ਰੋਡ ਟਰਾਂਸਪੋਰਟ ਦੇ ਨਾਲ ਰਿਲੇਟਡ ਹੈ ਤੇ ਇਹ ਅਸੀਂ ਦੇਖ ਸਕਦੇ ਹਾਂ ਕਿ ਇਹ ਕਰੰਟ ਅਫੇਅਰਸ ਦਾ ਹੀ ਪਾਰਟ ਹੈ ਐਂਡ ਸੁਪਰ ਈਜ਼ੀ ਕੁਐਸਚਨ ਹੈ ਜਿਹੜਾ ਕਿ ਜ਼ਰੂਰ ਸਹੀ ਹੋਣਾ ਚਾਹੀਦਾ ਸੀਗਾ। ਉਸ ਤੋਂ ਬਾਅਦ ਜਦ ਤੁਹਾਡਾ 2018 ਦਾ ਪੇਪਰ ਹੋਇਆ ਉਸੇ ਟਾਈਮ ਜਿਹੜਾ GST ਹੈ ਉਹਦੀ ਇੰਪਲੀਮੈਂਟੇਸ਼ਨ ਵੀ ਹੋ ਚੁੱਕੀ ਸੀ ਤੇ ਜਿਹੜਾ ਰੈਵਨਿਊ ਹੈ ਉਹ ਸਟੇਟਸ ਨੇ ਜਨਰੇਟ ਕਰਨਾ ਸ਼ੁਰੂ ਕਰਤਾ ਸੀਗਾ ਤੇ ਇਹਦੇ ਕਾਰਨ GST ਦਾ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਹੈ। ਇਨ ਦ ਫਰਸਟ ਫਾਈਨੈਂਸ਼ੀਅਲ ਈਅਰ ਆਫ GST regime in the country concluded recently list the following states in the descending order of per capita revenue starting with the highest to the lowest। ਤੇ ਇਹਦੇ ਵਿੱਚ ਜਿਹੜੀ ਫਰਸਟ ਜਿਹੜੀ ਲਿਸਟ ਹੈ ਉਹ ਕੰਪਾਈਲ ਕੀਤੀ ਗਈ ਸੀ GST ਦੇ ਵਿੱਚ ਪਰ ਕੈਪੀਟਲ ਰੈਵਨਿਊ ਸਭ ਤੋਂ ਜ਼ਿਆਦਾ ਕਿਹਨੇ ਜਨਰੇਟ ਕੀਤਾ ਹੈ ਤੇ ਇਹ ਵੀ ਤੁਹਾਡਾ ਕਰੰਟ ਅਫੇਅਰਸ ਪਲੱਸ ਇਕਨੋਮਿਕਸ ਦਾ ਕੁਐਸਚਨ ਹੈ। ਠੀਕ ਹੈ ਤੇ ਇਹ ਇੰਪੋਰਟੈਂਟ ਸੀਗਾ ਕਿ ਫਰਸਟ ਟਾਈਮ ਸਭ ਤੋਂ ਜ਼ਿਆਦਾ ਰੈਵਨਿਊ ਪਰ ਕੈਪੀਟਾ ਕਿਹਨੇ ਜਨਰੇਟ ਕੀਤਾ ਹੈ ਤੇ ਤੁਹਾਡੇ ਲਈ ਪੰਜਾਬ ਦਾ ਡੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ ਤੇ ਜੇ ਤੁਹਾਨੂੰ ਇੰਨਾ ਵੀ ਯਾਦ ਹੁੰਦਾ ਕਿ ਪੰਜਾਬ ਟੌਪ 3 ਦੇ ਵਿੱਚ ਨਹੀਂ ਆ ਰਿਹਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਇਹ ਆਪਸ਼ਨ ਹੈ ਇਹ ਵੀ ਐਲੀਮੀਨੇਟ ਹੋ ਜਾਏਗਾ ਇਹ ਵਾਲਾ ਆਪਸ਼ਨ ਵੀ ਐਲੀਮੀਨੇਟ ਹੋ ਜਾਏਗਾ ਤੇ ਸੈਕਿੰਡ ਫੈਕਟ ਹਮੇਸ਼ਾ ਸਾਨੂੰ ਨੰਬਰ 1 ਵਾਲੀ ਸਟੇਟ ਯਾਦ ਰੱਖਣੀ ਚਾਹੀਦੀ ਹੈ ਤਾਂ ਉਹ ਇੱਥੇ ਹਰਿਆਣਾ ਹੋ ਗਿਆ ਤਾਂ ਫਿਰ ਇਹਦੇ ਨਾਲ ਤੁਹਾਡਾ ਆਨਸਰ ਇਹ ਹੋ ਜਾਣਾ ਸੀਗਾ ਤੇ ਇਹ ਵੀ ਕਰੰਟ ਅਫੇਅਰਸ ਦਾ ਸੀਗਾ। ਅਗਲਾ ਕੁਐਸਚਨ ਹੈ The government has powers under the Essential Commodities Act 1955 to declare a commodity as an essential commodity to ensure its availability to people at fair price. The commodities covered under the act include ਹੁਣ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪੰਜਾਬ ਦਾ ਜਦ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਜਿਹੜੀਆਂ ਵੀ ਚੀਜ਼ਾਂ ਐਗਰੀਕਲਚਰ ਦੇ ਨਾਲ ਰਿਲੇਟਡ ਨੇ ਉਹ ਬਹੁਤ ਇੰਪੋਰਟੈਂਟ ਹੈ ਤੇ ECA ਐਕਟ ਹੈ ਜਿਹੜਾ ਉਹ ਕਾਫੀ ਨਿਊਜ਼ ਵਿੱਚ ਰਹਿੰਦਾ ਹੈ ਇਸ ਸਾਲ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਗਵਰਨਮੈਂਟ ਨੇ ਆਰਡੀਨੈਂਸ ਪਾਸ ਕੀਤੀ ਹੈ ਜਿਹਦੇ ਕਾਰਨ ECA ਵਿੱਚ ਅਮੈਂਡਮੈਂਟਸ ਆਈ ਹੈ ਇੰਪੋਰਟੈਂਟ ਹੈ। ਹੁਣ ਇਹ ਲਿਸਟ ਦਿੱਤੀ ਹੋਈ ਹੈ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਿੰਨਾ ਕੁ ਯਾਦ ਕਰ ਸਕਦੇ ਹੋ ਪਰ ਤੁਸੀਂ ਜੇ ਧਿਆਨ ਨਾਲ ਦੇਖੋ ਸਿਰਫ 9 ਆਈਟਮਸ ਹੈ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਲਿਸਟਡ ਨੇ ਤੇ ਉਸ ਹਿਸਾਬ ਨਾਲ ਇਹ ਕਰਨਾ ਆਸਾਨ ਸੀਗਾ ਤੇ ਇਹਦਾ ਆਨਸਰ ਸੀਗਾ all of the above that is D 1 2 3 4 5। ਇਹ ਤੁਹਾਡਾ ਥੋੜਾ ਜਿਹਾ ਸਟੈਟਿਕ ਦਾ ਅਸੀਂ ਪਾਰਟ ਇਹਨੂੰ ਮੰਨ ਕੇ ਚੱਲ ਸਕਦੇ ਹਾਂ ਤੇ ਜਿਹੜਾ ਤੁਹਾਨੂੰ ਕਲਾਸ ਵਿੱਚ ਕਵਰ ਕਰਵਾਇਆ ਜਾਏਗਾ। ਅਗਲਾ ਹੈ with reference to stand up India scheme which of the following statement is or are correct। ਤੇ ਜਿਹੜਾ ਇਕਨੋਮਿਕਸ ਹੈ ਉਹਦਾ ਹੀ ਇਹ ਪਾਰਟ ਹੈ ਲੇਕਿਨ ਬੇਸਿਕਲੀ ਕਰੰਟ ਅਫੇਅਰਸ ਦਾ ਪਾਰਟ ਹੈ। ਜਦ ਮੋਦੀ ਗਵਰਨਮੈਂਟ ਆਈ ਹੈ ਕਿੰਨੇ ਸਾਰੇ ਰਿਫਾਰਮਸ ਇੰਟਰੋਡਿਊਸ ਕੀਤੇ ਗਏ ਨੇ ਸਟੈਂਡ ਅਪ ਇੰਡੀਆ ਸਕੀਮ ਹੈ ਮੁਦਰਾ ਹੈ ਸਟਾਰਟਅਪ ਇੰਡੀਆ ਹੈ ਤੇ ਇਹ ਵੀ ਈਜ਼ੀ ਵਾਲੀ ਕੈਟਾਗਰੀ ਵਿੱਚ ਆਉਂਦਾ ਹੈ। ਠੀਕ ਹੈ ਤੇ ਪਹਿਲਾ ਜਿਹੜਾ ਸਟੇਟਮੈਂਟ ਹੈ ਉਹ ਬਿਲਕੁਲ ਸਹੀ ਹੈ ਇਟਸ ਪਰਪਸ ਇਜ਼ ਟੂ ਪ੍ਰਮੋਟ ਐਂਟਰਪ੍ਰੀਨਿਓਰਸ਼ਿਪ ਅਮੰਗ SC ST ਐਂਡ ਵੂਮਨ ਐਂਟਰਪ੍ਰੀਨਿਓਰਸ। ਤਾਂ ਜਿਹੜਾ ਸਟੈਂਡ ਅਪ ਇੰਡੀਆ ਸਕੀਮ ਹੈ ਇਹ ਜਿਹੜੀਆਂ ਸਾਡੀਆਂ SC ST ਨੇ ਤੇ ਜਿਹੜੇ ਵੂਮਨ ਐਂਟਰਪ੍ਰੀਨਿਓਰਸ ਹੈ ਉਹਨਾਂ ਨੂੰ ਪ੍ਰਮੋਟ ਕਰਨ ਲਈ ਆਇਆ ਸੀਗਾ ਤੇ ਤੁਹਾਡਾ ਪਹਿਲਾ ਸਟੇਟਮੈਂਟ ਬਿਲਕੁਲ ਸਹੀ ਹੈ। ਦੂਸਰਾ ਹੈ ਇਟ ਪ੍ਰੋਵਾਈਡਸ ਫॉर ਰੀਫਾਈਨੈਂਸ ਥਰੂ RBI। ਤੇ ਤੁਸੀਂ ਜੇ RBI ਵਾਲੇ ਬੇਸਿਕ ਵੀ ਪੜਿਆ ਹੋਵੇ ਤੇ ਜਿਹੜੀ ਰੀਫਾਈਨੈਂਸ ਦੀ ਫੈਸਿਲਿਟੀ ਹੈ ਉਹ ਸਟੈਂਡ ਅਪ ਇੰਡੀਆ ਦੇ ਵਿੱਚ ਉਹ ਨਹੀਂ ਪ੍ਰੋਵਾਈਡ ਕਰੇਗਾ। RBI ਇਦਾਂ ਦੀ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਕਰਦਾ ਤਾਂ ਇਹਦੇ ਵਿੱਚ ਤੁਹਾਡਾ ਆਨਸਰ ਹੋ ਜਾਣਾ ਸੀਗਾ A ਓਨਲੀ। ਇਹ ਮੀਡੀਅਮ ਤੁਸੀਂ ਰੱਖ ਸਕਦੇ ਹੋ ਕਿ ਮੀਡੀਅਮ ਡਿਫਿਕਲਟੀ ਦਾ ਕੁਐਸਚਨ ਸੀਗਾ। ਫਿਰ ਅਗਲਾ ਹੈ which of the following statement is correct regarding economics and statistical organization of Punjab। ਜਦ ਤੁਸੀਂ ਬਜਟ ਪੜ੍ਹਨਾ ਹੈ ਪੰਜਾਬ ਦਾ ਤੇ ਜਦ ਤੁਸੀਂ ਪੂਰੀ ਬਜਟ ਸਪੀਚ ਪੜ੍ਹੋਗੇ ਤੇ ਜਿਹੜਾ ਸਰਵੇ ਪੜ੍ਹੋਗੇ ਪੰਜਾਬ ਦਾ ਉਹਦੇ ਵਿੱਚ ਇਹ ਵਾਲੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦਾ ਮੈਂਸ਼ਨ ਹੋਏਗਾ ਤੇ ਤੁਹਾਡੇ ਲਈ ਇਹ ਸਾਰੀਆਂ ਆਰਗੇਨਾਈਜੇਸ਼ਨਸ ਹੈ ਉਹ ਵਾਲੀ ਕਰਨੀ ਜ਼ਰੂਰੀ ਹੈ। ਤੇ ਜਿਹੜਾ ਸਾਡਾ ਇਹ 44th ਹੈ ਇਹਦਾ ਆਨਸਰ ਹੈ C 1 and 2। It provides advisory services to the state government on economic matters to form policies। It acts as the nodal agency for MP-led scheme and helps district planning committees। ਤਾਂ ਦੋਨੋਂ ਇਹਦੇ ਵਿੱਚ ਸਟੇਟਮੈਂਟ ਸੀਗੀਆਂ ਤੇ ਜਦ ਤੁਸੀਂ ਬਜਟ ਸਰਵੇ ਇਸ ਸਾਲ ਵੀ ਪੜ੍ਹਨਾ ਹੈ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਮੈਂਸ਼ਨ ਨੇ ਉਹ ਤੁਸੀਂ ਸਾਰੀਆਂ ਕਰਨੀਆਂ। ਅਗਲਾ ਕੁਐਸਚਨ ਹੈ ਬਹੁਤ ਈਜ਼ੀ ਕੁਐਸਚਨ ਹੈ ਸਟੈਟਿਕ ਕੁਐਸਚਨ ਹੈ ਜਦ ਤੁਸੀਂ ਬੇਸਿਕ ਵੀ ਕਲਾਸ ਚ ਕਰਾਇਆ ਜਾਏਗਾ ਤੁਹਾਨੂੰ ਤਾਂ ਇਹ ਜ਼ਰੂਰ ਕਵਰ ਹੋਏਗਾ। ਡੈਫਿਸਿਟ ਫਾਈਨੈਂਸਿੰਗ ਮੀਨਸ that the government borrows money from the revenue department, world bank, RBI, none of the above। ਹੁਣ ਤੁਹਾਨੂੰ ਪਤਾ ਜਿਹੜਾ RBI ਹੈ ਉਹਨੂੰ ਬੈਂਕਰਸ ਆਫ ਬੈਂਕ ਕਿਹਾ ਜਾਂਦਾ ਹੈ ਤੇ ਜਿਹੜੀ ਗਵਰਨਮੈਂਟ ਹੈ ਉਹਨੇ ਬੋਰੋ ਕਰਨਾ ਹੋਵੇ ਦੂਜੇ ਬੈਂਕਸ ਨੇ ਬੋਰੋ ਕਰਨਾ ਹੋਵੇ ਉਹ ਸਾਰੇ RBI ਤੋਂ ਹੀ ਬੋਰੋ ਕਰਦੇ ਨੇ
ਤੇ ਇਹਦਾ ਆਨਸਰ ਸੀਗਾ ਸੀ RBI। ਅਗਲਾ ਹੈ who recommends the MSP and issue price। ਤੁਹਾਨੂੰ ਪਤਾ ਹੈ ਪੰਜਾਬ ਵਿੱਚ MSP ਦਾ ਬਹੁਤ ਨਿਊਜ਼ ਵਿੱਚ ਰਹਿੰਦਾ ਹੈ ਕਿ ਤੁਸੀਂ ਕੁਝ ਫਸਲਾਂ ਨੂੰ MSP ਦਿੰਦੇ ਹੋ, ਕੁਝ ਨੂੰ ਨਹੀਂ ਦਿੰਦੇ। ਜਿਹੜੇ ਕਿਸਾਨ ਹੈ ਉਹਨਾਂ ਦੀ ਪ੍ਰੋਬਲਮਸ ਹੈ MSPs ਨੂੰ ਲੈ ਕੇ, ਇਸ਼ੂ ਪ੍ਰਾਈਸ ਨੂੰ ਲੈ ਕੇ। ਤੇ ਇਹ ਬਹੁਤ ਹੀ ਈਜ਼ੀ ਕੈਟਾਗਰੀ ਦਾ ਕੁਐਸਚਨ ਸੀਗਾ। ਇਹ ਕਲਾਸ ਵਿੱਚ ਜਦ ਅਸੀਂ ਬੇਸਿਕਸ ਵੀ ਕਰਾਉਂਦੇ ਹਾਂ, ਭਾਵੇਂ ਤੁਸੀਂ ਕਰੰਟ ਪੜ੍ਹ ਰਹੇ ਹੋ ਨਹੀਂ ਪੜ੍ਹ ਰਹੇ ਹੋ, ਇਹ ਜ਼ਰੂਰ ਕਵਰ ਹੁੰਦਾ ਹੈ। ਤੇ ਇਹਦਾ ਆਨਸਰ ਹੈ CACP, that is the Commission for Agricultural Cost and Price। ਅਗਲਾ ਹੈ with reference to Bharat 22 which of the following statement is or are correct। ਹੁਣ ਜਿਹੜਾ ਭਾਰਤ 22 ਹੈ ਇਹ ਵੀ ਤੁਹਾਡਾ ਕਰੰਟ ਵਿੱਚ ਆਇਆ ਸੀਗਾ। ਜਿਹਦਾ ਹੁਣ ਐਕਸਚੇਂਜ ਟ੍ਰੇਡਡ ਫੰਡ ਕੀ ਹੁੰਦਾ ਹੈ, ਇਹ ਤੁਹਾਡਾ ਸਟੈਟਿਕ ਦਾ ਪਾਰਟ ਹੈ। ਤੇ ਜਿਹੜੀ ਭਾਰਤ 22 ਐਕਸਚੇਂਜ ਟ੍ਰੇਡਡ ਫੰਡ ਆਇਆ ਸੀਗਾ ਇਹ ਤੁਹਾਡਾ ਕਰੰਟ ਦਾ ਪਾਰਟ ਹੈ। ਤੇ ਤੁਸੀਂ ਜੇ ਟ੍ਰੈਂਡ ਦੇਖੋ ਤੇ ਜਾਂ ਤੁਹਾਨੂੰ ਟੋਟਲੀ ਸਟੈਟਿਕ ਆ ਰਿਹਾ ਹੈ ਜਾਂ ਟੋਟਲ ਕਰੰਟ ਅਫੇਅਰਸ ਦਾ ਪੁੱਛਿਆ ਜਾ ਰਿਹਾ ਹੈ। ਠੀਕ ਹੈ। ਦੂਸਰਾ ਹੈ ਇਟ ਇਜ਼ ਐਨ ਅਨਮਾਰਕੇਟੇਬਲ ਸਿਕਿਉਰਿਟੀ। ਇਹ ਜਿਹੜੀ ਸਟੇਟਮੈਂਟ ਹੈ ਇਹ ਗਲਤ ਹੈ। ਤੇ ਤੁਸੀਂ ਜੇ ਸੈਕਿੰਡ ਨੂੰ ਐਲੀਮੀਨੇਟ ਕਰਨਾ ਹੈ ਇੱਥੋਂ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ 1 ਤਾਂ ਪੱਕਾ ਸਹੀ ਹੈ, ਥਰਡ ਹੈ ਉਹ ਵੀ ਸਾਡੀ ਸਹੀ ਹੈ ਕਿ ਜਦ ਗਵਰਨਮੈਂਟ ਡਿਸਇਨਵੈਸਟਮੈਂਟ ਪ੍ਰੋਗਰਾਮ ਦੇ ਵਿੱਚ ਇਹ ਤੁਹਾਨੂੰ ਹੈਲਪ ਕਰੇਗਾ। ਇਹ ਬਹੁਤ ਜ਼ਿਆਦਾ ਨਿਊਜ਼ ਵਿੱਚ ਸੀਗਾ ਉਸ ਟਾਈਮ ਤੇ ਇਸ ਕਰਕੇ ਇਹ ਵੀ ਤੁਹਾਡਾ ਈਜ਼ੀ ਕੈਟਾਗਰੀ ਦਾ ਕੁਐਸਚਨ ਹੈ। ਫਿਰ ਹੈ 51st ਕੁਐਸਚਨ which of the following is related to the recently launched Innovate in India program। ਨਿਊਜ਼ ਵਿੱਚ ਸੀਗਾ, ਲਿਖਿਆ ਵੀ ਹੋਇਆ ਕਿ ਰੀਸੈਂਟਲੀ ਲਾਂਚਡ ਹੈ, ਅੱਗੇ ਨਹੀਂ ਪੁੱਛਿਆ ਜਾਏਗਾ ਕਿਉਂਕਿ ਉਸ ਸਾਲ ਲਾਂਚ ਹੋਇਆ ਸੀਗਾ। ਤਾਂ ਇਹਦਾ ਆਨਸਰ ਸੀਗਾ ਨੈਸ਼ਨਲ ਬਾਇਓਫਾਰਮਾ ਮਿਸ਼ਨ। ਤੇ ਜਿੰਨੇ ਵੀ ਮਿਸ਼ਨ ਹੈ ਉਹ ਤੁਸੀਂ ਇਕਨੋਮਿਕਸ ਕਵਰ ਕਰਨੇ ਆ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਿਰਫ ਸਟੈਟਿਕ ਕਰ ਲਓ ਤੇ ਕਰੰਟ ਅਫੇਅਰ ਵੀ ਬੇਸਿਕ ਕਰ ਲਏ। ਜਿੰਨੇ ਵੀ ਮਿਸ਼ਨ, ਜਿੰਨੀਆਂ ਵੀ ਸਕੀਮਸ ਲਾਂਚ ਹੋਈਆਂ ਨੇ ਉਹ ਤੁਸੀਂ ਇਹਦੇ ਵਿੱਚ ਕਰਨਾ ਹੈ। ਠੀਕ ਹੈ। ਤੇ ਆਹ ਵਾਲਾ ਤਾਂ ਤੁਸੀਂ ਕਰੰਟ ਵਿੱਚ ਵੀ ਪਾ ਸਕਦੇ ਸੀਗੇ, ਇਨੋਵੇਟ ਇਨ ਇੰਡੀਆ ਪ੍ਰੋਗਰਾਮ। ਜੇ ਤੁਸੀਂ ਇਨੋਵੇਸ਼ਨ ਨੂੰ ਇਕਨੋਮਿਕਸ ਵਾਲਾ ਪਾਰਟ ਰੱਖਣਾ ਚਾਹੁੰਦੇ ਹੋ, ਸਾਇੰਸ ਐਂਡ ਟੈਕ, ਇਹ ਕਿਸੇ ਵੀ ਕੈਟਾਗਰੀ ਚ ਇਹਨੂੰ ਪਾਇਆ ਜਾ ਸਕਦਾ ਸੀਗਾ। ਅਗਲਾ ਹੈ which of the following statements is correct regarding the prime minister's economic advisory council। ਇਹ ਕੁਐਸਚਨ ਹੈ, ਇਹ ਵੀ ਤੁਹਾਡਾ ਬਿਲਕੁਲ ਹੀ ਕਰੰਟ ਦਾ ਪਾਰਟ ਹੈ। ਇਹਦਾ ਆਨਸਰ ਵੀ ਸੀਗਾ 52nd ਦਾ ਆਨਸਰ ਹੈ ਤੁਹਾਡੇ ਕੋਲ B2 and 3। ਇਹ ਪਰਮਾਨੈਂਟ ਤੇ ਸਟੈਚੂਟਰੀ ਬੋਡੀ ਨਹੀਂ ਹੈ ਤੇ ਇਹ ਐਲੀਮੀਨੇਟ ਕਰ ਦੋ। ਤੁਹਾਡੇ A ਆਪਸ਼ਨ ਐਲੀਮੀਨੇਟ ਹੋ ਜਾਂਦਾ ਹੈ, D ਆਪਸ਼ਨ ਐਲੀਮੀਨੇਟ ਹੋ ਜਾਂਦਾ ਹੈ। ਤੇ ਤੁਹਾਨੂੰ ਸਿਰਫ ਫਰਸਟ ਐਲੀਮੀਨੇਟ ਕਰਕੇ ਪਤਾ ਲੱਗ ਗਿਆ ਕਿ ਥਰਡ ਤਾਂ ਤੁਹਾਡੇ ਕੋਲ ਸਹੀ ਹੈ ਹੀ ਹੈ। ਠੀਕ ਹੈ। ਫਿਰ ਸੈਕਿੰਡ ਸਹੀ ਹੈ, ਯਾਨੀ ਇਟ ਐਨਾਲਾਈਜ਼ਸ ਐਨੀ ਇਕਨੋਮਿਕ ਇਸ਼ੂ ਰੈਫਰ ਟੂ ਇਟ ਬਾਈ ਦੀ PM ਐਂਡ ਐਡਵਾਈਸਸ ਦੇਅਰ ਔਨ। ਤੇ ਜਦ ਇਹਦਾ ਨਾਮ ਹੀ ਪ੍ਰਾਈਮ ਮਿਨਿਸਟਰਸ ਇਕਨੋਮਿਕ ਐਡਵਾਈਜ਼ਰੀ ਕਾਉਂਸਿਲ ਹੈ, ਮਤਲਬ ਕਿ ਪ੍ਰਾਈਮ ਮਿਨਿਸਟਰ ਨੂੰ ਇਕਨੋਮਿਕ ਜਿਹੜੀ ਪਾਲਿਸੀਜ਼ ਹੈ ਉਹ ਤੇ ਐਡਵਾਈਸ ਕਰੇਗਾ ਤੇ ਸਿਰਫ ਐਡਵਾਈਜ਼ਰੀ ਫੰਕਸ਼ਨ ਹੈ ਇਹਦਾ, ਤਾਂ ਸੈਕਿੰਡ ਆਪਣੇ ਆਪ ਸਹੀ ਹੈ। ਠੀਕ ਹੈ। ਤਾਂ ਇਸ ਤਰੀਕੇ ਨਾਲ ਜੇ ਤੁਹਾਨੂੰ ਨਹੀਂ ਵੀ ਆਉਂਦਾ, ਤੁਹਾਡੇ ਕੋਲ ਨੈਗੇਟਿਵ ਮਾਰਕਿੰਗ ਦਾ ਤਾਂ ਕੋਈ ਕਨਸੈਪਟ ਹੈ ਹੀ ਨਹੀਂ ਹੈ ਇਹਦੇ ਵਿੱਚ, ਤਾਂ ਇਹਦੇ ਕਾਰਨ ਤੁਸੀਂ ਸਾਰਾ ਅਟੈਂਪਟ ਕਰਨਾ ਹੈ। ਤੁਹਾਨੂੰ ਲੱਗਦਾ ਵੀ ਤੁਸੀਂ ਸੁਣਿਆ ਹੀ ਨਹੀਂ ਕਦੀ ਇਹਦਾ ਨਾਮ, ਤਾਂ ਵੀ ਤੁਸੀਂ ਇਹਨੂੰ ਅਟੈਂਪਟ ਕਰ ਸਕਦੇ ਹੋ। ਫਿਰ ਹੈ which of the following is incorrect about the RBI governor। He is a part of the search cum selection committee for MPC। obviously MPC ਜੇ ਤੁਸੀਂ ਮੈਂਬਰ ਸਿਲੈਕਟ ਕਰਨੇ ਆ RBI ਦਾ ਰੋਲ ਹੋਏਗਾ ਹੀ ਉਹਦੇ ਵਿੱਚ। ਠੀਕ ਹੈ। ਤੇ ਇਹ ਸਟੇਟਮੈਂਟ ਗਲਤ ਹੈ। ਔਰ ਉਹ ਮੋਨਿਟਰੀ ਪੋਲਿਸੀ ਕਮੇਟੀ ਦੇ ਹੈਡ ਹੁੰਦੇ ਆ, ਇਹ ਵੀ ਬਿਲਕੁਲ ਮਤਲਬ ਇਨਕਰੈਕਟ ਨਹੀਂ ਹੈ, ਸਹੀ ਹੈ। ਤੇ ਇਹ ਵੀ ਐਲੀਮੀਨੇਟ ਹੋ ਗਿਆ। ਹੀ ਹੈਜ਼ ਅ ਕਾਸਟਿੰਗ ਵੋਟ ਇਨ MPC, ਇਹ ਵੀ ਹੈ। ਤੁਹਾਨੂੰ ਜੇ ਨਹੀਂ ਵੀ ਪਤਾ MPC ਦੇ ਬਾਰੇ, ਤੁਸੀਂ ਦੇਖੋ ਸਾਰੀਆਂ MPC ਰਿਲੇਟਡ ਹੈ। ਇੱਕ ਹੀ ਰਿਪਰੈਜ਼ੈਂਟ ਇੰਡੀਆ ਇਨ ਦੀ WTO ਕਾਨਫਰੰਸ। ਹੁਣ WTO ਕਾਨਫਰੰਸ ਕੀ ਹੈ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ। ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ RBI ਦਾ ਕੰਮ ਤਾਂ ਨਹੀਂ ਹੋਣਾ ਚਾਹੀਦਾ ਹੈ ਨਾ। ਤਾਂ ਫਿਰ ਤੁਹਾਨੂੰ ਸਿੰਪਲ ਕੁਐਸਚਨ ਪੜ੍ਹ ਕੇ ਪਤਾ ਲੱਗ ਰਿਹਾ ਸੀਗਾ ਕਿ ਇਹਦਾ ਪਾਰਟ ਨਹੀਂ ਹੈ। ਇਹ ਮੋਨਿਟਰੀ ਪੋਲਿਸੀ ਕਮੇਟੀ ਕਾਫੀ ਨਿਊਜ਼ ਵਿੱਚ ਰਹੀ ਸੀ, ਜਿਹਦੇ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀ। 55th ਕੁਐਸਚਨ, ਸੁਪਰ ਈਜ਼ੀ ਕੁਐਸਚਨ। ਸਟੈਗਫਲੇਸ਼ਨ ਦਾ ਕੀ ਮਤਲਬ ਹੁੰਦਾ ਹੈ? ਹਾਈ ਇਨਫਲੇਸ਼ਨ ਕੰਬਾਈਨਡ ਵਿਦ ਹਾਈ ਅਨਐਮਪਲੋਇਮੈਂਟ। ਤਾਂ ਸਟੈਗਫਲੇਸ਼ਨ ਜਿਹੜਾ ਹੈ ਇਹ ਬੇਸਿਕ ਹੈ, ਸਾਡੀ ਬੁਕਲੇਟ ਵਿੱਚ ਤੁਹਾਨੂੰ ਇਹਦੀ ਡੈਫੀਨੇਸ਼ਨ ਮਿਲ ਜਾਏਗੀ ਸੇਮ ਵਰਡਿੰਗਸ ਦੇ ਵਿੱਚ। ਠੀਕ ਹੈ। ਅਗਲਾ ਹੈ with reference to the zero hunger program consider the following question। ਜ਼ੀਰੋ ਹੰਗਰ ਪ੍ਰੋਗਰਾਮ ਹੈ, ਇਹ ਬਹੁਤ ਜ਼ਿਆਦਾ ਨਿਊਜ਼ ਵਿੱਚ ਸੀਗਾ ਤੇ ਇਹ ਤੁਹਾਡਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਨਾਲ ਵੀ ਸਿੰਕਰੋਨਾਈਜ਼ ਕਰਦਾ ਹੈ ਤੇ ਇਹ ਇੰਪੋਰਟੈਂਟ ਸੀਗਾ, ਇਸ ਕਰਕੇ ਇਹ ਵੀ ਕਰੰਟ ਵਿੱਚ ਸੀਗਾ, ਜਿਸ ਕਰਕੇ ਤੁਸੀਂ ਇਹਨੂੰ ਪੜ੍ਹਨਾ ਸੀਗਾ। ਠੀਕ ਹੈ। ਤੇ ਤਿੰਨੋਂ ਸਟੇਟਮੈਂਟ ਸਹੀ ਹੈ। The seasonally adjusted Nikkei India Services Business Activity Index has shown robust growth in service sector in India। The index in May 2018 has risen to 52.6, registering the fastest growth since। ਇਹ ਸੀਗਾ ਜੂਨ 2017। ਇਹ ਕਾਫੀ ਡਿਫਿਕਲਟ ਕੁਐਸਚਨ ਦੀ ਕੈਟਾਗਰੀ ਚ ਰੱਖ ਸਕਦੇ ਹੋ ਕਿਉਂਕਿ ਇੰਨਾ ਡੇਟਾ ਕੋਈ ਯਾਦ ਨਹੀਂ ਕਰ ਸਕਦਾ। ਲੇਕਿਨ ਹੁਣ ਜਦ ਤੁਸੀਂ ਕਰ ਹੀ ਰਹੇ ਹੋ, ਤੁੱਕਾ ਮਾਰ ਰਹੇ, ਤੁਸੀਂ ਕੋਈ ਵੀ ਹੋ ਸਕਦਾ ਕਿ ਤੁਸੀਂ ਇਹਨੂੰ ਕਰ ਸਕਦੇ। ਤੁਸੀਂ ਜੇ ਨਿਊਜ਼ ਵਿੱਚ ਮਾੜਾ ਮੋਟਾ ਸੁਣਿਆ ਹੋਇਆ ਹੋ ਸਕਦਾ ਹੈ, ਹੋ ਵੀ ਸਕਦਾ ਸੀਗਾ, ਲੇਕਿਨ ਇਹ ਥੋੜਾ ਡਿਫਿਕਲਟ ਕੈਟਾਗਰੀ ਵਿੱਚ ਕੁਐਸਚਨ ਆਉਂਦਾ ਹੈ। ਤੇ ਇੱਕ ਤਾਂ ਜੇ ਨਹੀਂ ਵੀ ਆਉਂਦਾ ਟੈਨਸ਼ਨ
ਟੈਨਸ਼ਨ ਨਹੀਂ ਲੈਣੀ ਹੈ, ਕਿਉਂਕਿ 100 ਵਿੱਚੋਂ ਜੇ ਤੁਸੀਂ 80 ਵੀ ਕਰ ਲੈਣ ਤਾਂ ਤੁਸੀਂ ਤੁਹਾਡਾ ਕਾਫੀ ਵਧੀਆ ਸ਼ਾਰਟ ਹੋ ਜਾਂਦਾ ਹੈ ਕਲੀਅਰ ਕਰਨ ਦਾ, ਜੇ ਤੁਹਾਡਾ ਸੀ ਸੈਟ ਸਟਰੋਂਗ ਹੈ। ਠੀਕ ਹੈ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਮਹਾਰਤਨਾ। ਹੁਣ ਜਿਹੜੀ ਗਵਰਨਮੈਂਟ ਹੈ ਉਹਦੇ ਜਿਹੜੇ PSUs ਹੈ ਉਹਦੇ ਵਿੱਚ ਮਹਾਰਤਨਾ ਹੈ, ਨਵਰਤਨਾ ਹੈ ਤੇ ਮਿਨੀ ਰਤਨਾ ਹੈ। ਤੇ ਮਹਾਰਤਨਾ ਸਾਡੇ ਕੋਲ ਸਿਰਫ 8-9 ਹੀ ਹੈ, ਉਹਨਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਤਾਂ UPSC ਇੰਨਾ ਫੈਕਚੁਅਲ ਨਹੀਂ ਪੁੱਛਦਾ ਹੈ, ਜਿਹੜੀ PPSC ਉਹ ਪੁੱਛ ਸਕਦਾ ਹੈ। ਤੇ ਤੁਹਾਨੂੰ ਜੇ ਨਾਰਮਲੀ ਵੀ ਦੇਖਿਓ, ਗੇਲ, ਕੋਲ ਇੰਡੀਆ, ਸੇਲ, ਸਟੀਲ ਨਾਲ ਰਿਲੇਟਡ ਹੈ, ਇਹ ਮਹਾਰਤਨਾ ਹੋ ਸਕਦੇ ਆ। 에ਅਰਪੋਰਟਸ ਅਥਾਰਟੀ ਆਫ ਇੰਡੀਆ ਤੁਹਾਨੂੰ ਥੋੜਾ ਜਿਹਾ ਔਡ ਵਨ ਆਊਟ ਲੱਗੇਗਾ, ਜੇ ਤੁੱਕਾ ਵੀ ਮਾਰਨਾ ਸੀਗਾ ਤਾਂ 에ਅਰਪੋਰਟਸ ਅਥਾਰਟੀ ਆਫ ਇੰਡੀਆ ਹੀ ਹੈ ਜਿਹੜਾ ਇਹਦਾ ਕਿ ਤੁਹਾਨੂੰ ਸਹੀ ਆਂਸਰ ਲੱਗੇਗਾ। ਅਗਲਾ ਹੈ ਪੰਜਾਬ ਗਵਰਨਮੈਂਟ ਹੈਜ਼ brought in a new tax for income tax pays engaged in profession, trade, callings and employments in the current year budget 2018 and 19. This tax is what? ਹੁਣ ਇਹ ਸਾਫ਼-ਸਾਫ਼ ਤੁਹਾਡਾ ਬਜਟ ਵਿੱਚੋਂ ਕੁਐਸਚਨ ਆਇਆ ਹੈ, ਬਜਟ ਵਿੱਚ ਜੋ ਵੀ ਮੈਂਸ਼ਨਡ ਹੈ ਉਹ ਤੁਸੀਂ ਜ਼ਰੂਰ ਕਰਨਾ ਹੈ। ਤੇ ਇਹ ਨਵਾਂ ਟੈਕਸ ਆਬਵੀਅਸਲੀ ਇੰਪੋਰਟੈਂਟ ਹੋ ਜਾਂਦਾ, ਤੇ ਡਿਵੈਲਪਮੈਂਟ ਟੈਕਸ ਹੈ ਜਿਹੜਾ ਗਵਰਨਮੈਂਟ ਉਹ ਨਵਾਂ ਲੈ ਕੇ ਆਈ ਸੀਗੀ। ਇਹ ਤੁਹਾਡੇ ਜਿਹੜੇ ਕੁਐਸਚਨ ਇਹ ਸਾਰੇ ਸੀਗੇ ਹੁਣ ਤੱਕ ਦੇ ਤੁਹਾਡੇ ਕੋਲ 2018 ਦੇ ਕੁਐਸਚਨ। ਹੁਣ ਜੇ ਤੁਸੀਂ 2015 ਵਿੱਚ ਜਿਹੜਾ ਇਕਨੋਮਿਕਸ ਦਾ ਪਾਰਟ ਹੈ ਉਹ ਬਹੁਤ ਜ਼ਿਆਦਾ ਘੱਟ ਆਇਆ ਸੀਗਾ, ਲੇਕਿਨ 5-6 ਕੁਐਸਚਨ ਵੀ ਇੰਪੋਰਟੈਂਟ ਨੇ। ਤੇ ਫਿਰ ਪਹਿਲਾ ਕੁਐਸਚਨ ਸੀਗਾ ਕਿ 10th ਮਿਨਿਸਟਰਲ ਕਾਨਫਰੰਸ ਹੈ ਜਿਹੜੀ ਉਹ ਕਿੱਥੇ ਹੋਈ ਸੀ WTO ਦੀ। ਸਰਸਰੀ ਨਜ਼ਰ ਜੀ ਮਾਰੋ ਤੁਸੀਂ ਕਰੰਟ ਅਫੇਅਰਸ ਤਾਂ ਵੀ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਨੈਰੋਬੀ ਇਹਦਾ ਆਨਸਰ ਸੀਗਾ। ਤਾਂ ਇਹ ਕਰੰਟ ਅਫੇਅਰ ਦਾ ਕੁਐਸਚਨ ਸੀਗਾ। what is the meaning of debt trap? ਇਹ ਤੁਹਾਡਾ ਈਜ਼ੀ ਕੁਐਸਚਨਸ ਦੀ ਕੈਟਾਗਰੀ ਵਿੱਚ ਆਂਦਾ ਹੈ, ਤੇ ਇਹਦੇ ਵਿੱਚ ਜੇ ਤੁਸੀਂ ਨਾਰਮਲ ਸਾਡੇ ਕਲਾਸ ਨੋਟਸ ਵਿੱਚ ਵੀ ਦਿੱਤਾ ਹੋਇਆ ਕਿ ਡੈਟ ਟ੍ਰੈਪ ਦਾ ਕੀ ਮਤਲਬ ਹੁੰਦਾ ਹੈ, ਤੇ ਤੁਸੀਂ ਜੇ ਸੈਲਫ ਸਟੱਡੀ ਵੀ ਕਰਨੀ ਹੈ ਨੋਟਸ ਨਾਲ ਤਾਂ ਵੀ ਤੁਸੀਂ ਇਹ ਕੁਐਸਚਨ ਸਹੀ ਕਰ ਸਕਦੇ ਸੀਗੇ। ਡੈਟ ਟ੍ਰੈਪ ਸਰਵਿਸਿੰਗ ਤੁਸੀਂ ਨਹੀਂ ਕਰ ਸਕਦੇ ਜਦ ਤੁਸੀਂ ਲੋਨ ਲੈ ਲਿਆ, ਹੁਣ ਤੁਸੀਂ ਲੋਨ ਉਹਨੂੰ ਪੇ ਨਹੀਂ ਕਰ ਪਾ ਰਹੇ। ਕਿਉਂ ਨਹੀਂ ਪੇ ਕਰ ਪਏ? ਇੱਕ ਤਾਂ ਲੋਨ ਸ਼ਾਰਟ ਟਰਮ ਹੈ, ਇੱਕ ਤੁਹਾਡੇ ਕੋਲ ਇਨਕਮ ਨਹੀਂ ਉਨੀ ਜਨਰੇਟ ਹੋ ਰਹੀ ਹੈ, ਠੀਕ ਹੈ, ਇੰਟਰਸਟ ਰੇਟ ਬਹੁਤ ਜ਼ਿਆਦਾ ਹਾਈ ਹੈ। ਤੁਸੀਂ ਹੁਣ ਇਸ ਲੋਨ ਨੂੰ ਪੇ ਕਰਨ ਲਈ ਨਵਾਂ ਲੋਨ ਲੈ ਲੈਂਦੇ ਹੋ। ਹੁਣ ਤੁਸੀਂ ਇਹ ਵੀ ਨਹੀਂ ਪੇ ਕਰ ਸਕਦੇ, ਇਹਨੂੰ ਸਰਵਿਸ ਕਰਨ ਲਈ ਨਵਾਂ ਲੋਨ ਲੈ ਲੈਂਦੇ ਹੋ। ਤਾਂ ਇੱਕ ਤੁਸੀਂ ਟ੍ਰੈਪ ਵਿੱਚ ਫਸ ਜਾਂਦੇ ਹੋ, ਇੱਕ ਵਿਸ਼ਿਅਸ ਸਰਕਲ ਵਿੱਚ ਫਸ ਜਾਂਦੇ ਹੋ, ਤੇ ਤੁਹਾਡੀ ਜਿਹੜੀ ਡੈਟ ਰਿਕੁਆਇਰਮੈਂਟ ਹੈ ਤੁਸੀਂ ਪੂਰੀ ਨਹੀਂ ਕਰ ਸਕਦੇ। ਠੀਕ ਹੈ, ਤੇ ਇਹ ਜੇ ਤੁਹਾਨੂੰ ਬੇਸਿਕ ਡੈਫੀਨੇਸ਼ਨ ਪਤਾ ਹੈ ਤੇ ਸਾਫ਼-ਸਾਫ਼ ਇਹਦਾ ਆਨਸਰ ਇਹ ਹੈ, ਮੋਰ ਏਡ ਇਜ਼ ਨੀਡਡ ਟੂ ਮੀਟ ਦੀ ਡੈਟ ਸਰਵਿਸਿੰਗ ਰਿਕੁਆਇਰਮੈਂਟ। ਡੈਟ ਸਰਵਿਸਿੰਗ ਮਤਲਬ ਜਿਹੜੇ ਤੁਸੀਂ ਲੋਨ ਪੇ ਕਰਨੇ ਹੈ ਉਹ ਤੁਸੀਂ ਪੇ ਨਹੀਂ ਕਰ ਪਾ ਰਹੇ ਹੋ। ਤੇ ਬਾਕੀ ਵਿੱਚ ਕਿਤੇ ਐਕਸਪੈਂਡੀਚਰ ਦੀ ਗੱਲ ਹੋ ਰਹੀ ਹੈ, ਸੀ ਵਿੱਚ ਸਬਸਿਡੀ ਦੀ ਗੱਲ ਹੋ ਰਹੀ ਹੈ। ਤੇ ਜੇ ਤੁਸੀਂ ਹਲਕਾ ਜਿਹਾ ਵੀ ਸੁਣਿਆ ਤਾਂ ਇਹਦਾ ਆਨਸਰ ਇਹ ਸੀਗਾ, ਕਲਾਸ ਵਿੱਚ ਇਹ ਕਰਵਾਇਆ ਜਾਂਦਾ ਜਦ ਵੀ ਫਾਈਨੈਂਸਿਸ ਦੀ ਗੱਲ ਕਰਦੇ ਅਸੀਂ। ਫਿਰ ਹੈ 51st ਕੁਐਸਚਨ, ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ ਕੈਨ ਇੰਕਲੂਡ। ਕੈਪੀਟਲ ਅਕਾਊਂਟ ਜਿਹੜਾ ਹੈ ਉਹ ਬਹੁਤ ਹੀ ਸਿੰਪਲ, ਇਹ ਤੁਹਾਨੂੰ ਕਲਾਸ ਕਰਾਇਆ ਜਾਏਗਾ। ਬੈਲੈਂਸ ਆਫ ਪੇਮੈਂਟ ਇਹ ਤੁਹਾਡੀ NCERT ਜਿਹੜੀ ਹੈਗੀ ਹੈ +2 ਦੀ ਮੈਕਰੋ ਇਕਨੋਮਿਕਸ ਉਹਦੇ ਵਿੱਚ ਵੀ ਪੂਰਾ ਦਿੱਤਾ ਹੋਇਆ, ਤੇ ਇਹ ਆਰਾਮ ਨਾਲ ਹੋ ਸਕਦਾ ਸੀ ਕੁਐਸਚਨ। ਇਹਦਾ ਆਨਸਰ ਹੈ D, all of the above। ਕੈਪੀਟਲ ਅਕਾਊਂਟ ਹੁੰਦਾ ਹੈ, ਰੈਵਨਿਊ ਅਕਾਊਂਟ ਹੁੰਦਾ ਹੈ, ਤੇ ਇਟ ਇਜ਼ ਅ ਵੈਰੀ ਈਜ਼ੀ ਕੁਐਸਚਨ। ਇਕਨੋਮਿਕਸ ਦੇ ਕੁਝ ਬੱਚੇ ਡਰਦੇ ਆ ਕਿ ਪਤਾ ਨਹੀਂ ਕਿੰਨਾ ਟੈਕਨੀਕਲ ਆ ਜਾਏਗਾ। ਇਹ ਸਾਰੇ ਕੁਐਸਚਨਸ ਉਹ ਆ ਜਿਹੜੇ ਜਾਂ ਤਾਂ ਕਰੰਟ ਹੈ ਜਾਂ ਬਿਲਕੁਲ ਬੇਸਿਕ ਤੁਸੀਂ ਕਲਾਸ ਕਰੋਗੇ ਉਹਦੇ ਵਿੱਚ ਕਰਵਾਇਆ ਜਾਏਗਾ। ਫਿਰ ਹੈ 53rd ਵਿੱਚ, one of the following are quantitative inflation control। ਹੁਣ ਇਨਫਲੇਸ਼ਨ ਹੈ ਉਹਨੂੰ ਜਿਹੜੇ ਪ੍ਰਾਈਸਿਸ ਵੱਧਦੇ ਆ ਉਹਨਾਂ ਨੂੰ ਕੰਟਰੋਲ ਕਰਨ ਲਈ ਦੋ ਤਰੀਕੇ ਦੇ ਸਟੈਪਸ ਲੈਂਦੀ ਹੈ ਗਵਰਨਮੈਂਟ। ਇੱਕ ਅਸੀਂ ਲੈਂਦੇ ਆ ਕੁਆਂਟੀਟੇਟਿਵ, ਇੱਕ ਲੈਂਦੇ ਆ ਆਪਾਂ ਕੁਆਲਿਟੇਟਿਵ। ਤੇ ਕੁਆਂਟੀਟੇਟਿਵ ਪੁੱਛਿਆ ਹੋਇਆ ਹੈ, ਤੇ ਬੈਂਕ ਰੇਟ, CLR, SLR, ਓਪਨ ਮਾਰਕੀਟ ਆਪਰੇਸ਼ਨਸ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਇਹ ਤੁਹਾਡੇ ਕੁਆਂਟੀਟੇਟਿਵ ਇਨਫਲੇਸ਼ਨ ਕੰਟਰੋਲ ਦੇ ਮੈਥਡਸ ਹੈ। ਤੇ ਇਹ ਤੁਹਾਡਾ ਈਜ਼ੀ ਕੁਐਸਚਨ ਸੀਗਾ, ਸੁਪਰ ਈਜ਼ੀ ਕੁਐਸਚਨ ਹੈ। ਅਸੀਂ ਸਾਡੇ ਨੋਟਸ ਸਾਨੂੰ ਚਾਰਟ ਮਿਲ ਜਾਏਗਾ ਜਿਹਦੇ ਵਿੱਚ ਡਿਵਾਈਡ ਕੀਤਾ ਹੋਇਆ ਕਿ ਕੁਆਂਟੀਟੇਟਿਵ ਕਿਹੜੇ ਆ ਤੇ ਕੁਆਲਿਟੇਟਿਵ ਕਿਹੜੇ ਆ। ਤਾਂ ਇਹ ਕਾਫੀ ਕੰਪੈਰੀਟਿਵਲੀ ਈਜ਼ੀ ਕੁਐਸਚਨ ਸੀਗਾ। ਉਹ ਤੋਂ ਬਾਅਦ ਹੈ ਇਹ ਕਰੰਟ ਅਫੇਅਰ ਦਾ ਤੁਸੀਂ ਕੁਐਸਚਨ ਮੰਨ ਸਕਦੇ ਹੋ। ਮੁਦਰਾ ਸਕੀਮ ਬਹੁਤ ਜ਼ਿਆਦਾ ਨਿਊਜ਼ ਵਿੱਚ ਰਹੀ ਹੈ, ਤੇ ਇਹਦੇ ਜਿਹੜੇ ਆਪਸ਼ਨ ਨੇ ਉਹ ਤੁਹਾਡੇ ਕੋਲ ਸਹੀ ਹੈ C1 and 2। ਤੇ ਇਹਦੇ ਵਿੱਚ ਤੁਸੀਂ ਜੇ ਹਲਕਾ ਜਿਹਾ ਵੀ ਪੜ੍ਹ ਲਓ ਤੁਹਾਨੂੰ ਪਤਾ ਹੈ ਕਿ ਇਹ ਲੋਨਸ ਦੀ ਗੱਲ ਕਰ ਰਿਹਾ ਤਾਂ ਇਹ ਸਹੀ ਹੈ, ਐਂਟਰਪ੍ਰੈਨਿਓਰਸ਼ਿਪ ਦੀ ਗੱਲ ਕਰ ਰਿਹਾ ਤਾਂ ਇਹ ਸਹੀ ਹੈ। ਹੁਣ ਤੁਸੀਂ ਦੇਖੋ ਪਹਿਲਾਂ ਵੀ ਐਂਟਰਪ੍ਰੈਨਿਓਰਸ਼ਿਪ ਦਾ ਸਟਾਰਟਅਪ ਇੰਡੀਆ ਸਕੀਮ ਆਈ ਸੀ, ਹੁਣ ਮੁਦਰਾ ਆਈ ਹੈ। ਤਾਂ ਗਵਰਨਮੈਂਟ ਜਿਹੜੀਆਂ ਚੀਜ਼ਾਂ ਤੇ ਐਮਫਸਾਈਜ਼ ਕਰ ਰਹੀ ਹੈ ਉਹ ਤੁਸੀਂ ਜ਼ਰੂਰ ਪੜ੍ਹਨਾ ਹੈ। ਜਿੱਦਾਂ ਪੰਜਾਬ ਸਰਕਾਰ ਜੇ ਇੰਪਲੋਇਮੈਂਟ ਇੰਪਰੂਵ ਕਰਨ ਲਈ ਕੁਝ ਕਰ ਰਹੀ ਹੈ, ਉਹ ਪੰਜਾਬ 'ਚ ਵਾਟਰ ਪੋਲਿਊਸ਼ਨ ਦੀ ਪ੍ਰੋਬਲਮ ਹੈ, ਉਹ ਇਹਨਾਂ ਨਾਲ ਰਿਲੇਟਡ ਤੁਸੀਂ ਸਭ ਕੁਝ ਪੜ੍ਹਨਾ ਹੈ, ਭਾਵੇਂ ਉਹ ਸੈਂਟਰ ਦੀ ਸਕੀਮ ਹੋਵੇ ਭਾਵੇਂ ਉਹ ਸਟੇਟ ਦੀ ਸਕੀਮ ਹੋਵੇ। ਤੇ ਤੀਜੀ ਆਪਸ਼ਨ ਤੁਸੀਂ ਧਿਆਨ ਨਾਲ ਦੇਖੋ, ਇੱਥੇ ਲਿਖਿਆ ਕਿ ਮੁਦਰਾ ਇਜ਼ ਅ ਡਿਵੈਲਪਮੈਂਟ ਐਂਡ ਰੈਗੂਲੇਟਰੀ ਏਜੰਸੀ ਫॉर ਮੀਡੀਅਮ ਸਕੇਲ ਇੰਡਸਟਰੀ। ਤੇ ਇਹ ਡਿਵੈਲਪਮੈਂਟ ਤੇ ਰੈਗੂਲੇਟਰੀ ਏਜੰਸੀ ਤਾਂ ਬਿਲਕੁਲ ਨਹੀਂ ਹੈ ਮੀਡੀਅਮ ਸਕੇਲ ਇੰਡਸਟਰੀ ਲਈ। ਥੋੜਾ ਔਡ ਵਨ ਜਿਹਾ ਲੱਗੇਗਾ, ਕਿੱਥੇ ਲੋਨਸ ਦੇਣ ਦੀ ਗੱਲ ਹੋ ਰਹੀ, ਕਿੱਥੇ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਦੀ ਗੱਲ ਹੋਗੀ। ਤਾਂ ਥਰਡ ਆਪਸ਼ਨ ਤੁਹਾਡਾ ਗਲਤ ਹੈ। ਮੇਰਾ ਮਤਲਬ ਕਹਿੰਦਾ ਤੁਹਾਨੂੰ ਹਰੇਕ ਵਿੱਚ ਇਹੀ ਮਤਲਬ ਹੈ
कि तुसी सिंपल बेसिक पढ़ो, क्लास विच आओ, बेसिक्स तुसी देखो ਤੇ ਨਾਲ ਤੁਸੀਂ ਕਰੰਟ ਪੜੋ ਜਿਹੜੇ ਅਸੀਂ ਹਰ ਹਫਤੇ ਤੁਹਾਨੂੰ ਕਰਾਵਾਂਗੇ। ਤਾਂ ਤੁਹਾਡਾ ਇਕਨੋਮਿਕਸ ਇੰਨਾ ਕੁਝ ਟੈਕਨੀਕਲ ਕੁਝ ਨਹੀਂ ਤੁਹਾਨੂੰ ਪੁੱਛਿਆ ਜਾਏਗਾ, ਠੀਕ ਹੈ। ਇਹ ਸੁਪਰ ਈਜ਼ੀ ਕੁਐਸਚਨ ਹੈ। ਜਦ ਪੇਪਰ ਪੁੱਛਿਆ ਗਿਆ ਉਹਦੇ ਨੇੜੇ ਤੇੜੇ ਹੀ ਆਰਬੀਆਈ ਨੇ ਡੋਮੈਸਟਿਕ ਸਿਸਟਮੈਟਿਕਲੀ ਜਿਹੜੇ ਇੰਪੋਰਟੈਂਟ ਬੈਂਕਸ ਹੈ ਉਹ ਤੁਹਾਡੇ ਡਿਕਲੇਅਰ ਕੀਤੇ ਸੀਗੇ, ਜਿਹਦੇ ਕਾਰਨ ਇਹ ਤੁਹਾਡਾ ਕੰਪੈਰੀਟਿਵਲੀ ਈਜ਼ੀ ਕੁਐਸਚਨ ਹੋ ਜਾਂਦਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਹੈਜ਼ ਡਿਕਲੇਅਰਡ ਵਿਚ ਆਫ ਦ ਫੋਲੋਇੰਗ ਬੈਂਕਸ ਐਜ਼ ਡੋਮੈਸਟਿਕ ਸਿਸਟਮੈਟਿਕਲੀ ਇੰਪੋਰਟੈਂਟ ਬੈਂਕਸ। ਤਾਂ ਤੁਹਾਨੂੰ ਪਤਾ ਹੈ ਕਿ ਸਟੇਟ ਬੈਂਕ ਆਫ ਇੰਡੀਆ ਤਾਂ ਹੋਣਾ ਹੀ ਚਾਹੀਦਾ ਹੈ। ਇਹਨੂੰ ਵੀ ਐਲੀਮੀਨੇਟ ਕਰ ਦਿਓ, ਇਹਨੂੰ ਵੀ ਐਲੀਮੀਨੇਟ ਕਰ ਦਿਓ, ਠੀਕ ਹੈ। ਉਹ ਤੋਂ ਇਲਾਵਾ ਫਿਰ ਤੁਹਾਡੇ ਕੋਲ ਜਿਹੜੇ ਆਪਸ਼ਨਸ ਬਚਦੇ ਆ, ਇਹਨਾਂ ਵਿੱਚ ਜਦ ਇਹ ਪੇਪਰ ਆਇਆ ਸੀਗਾ ਤਦ ਸਿਰਫ ਆਈਸੀਆਈ ਤੇ ਇਹ ਸੀਗੇ ਐਸਬੀਆਈ। ਹੁਣ ਜਿਹੜਾ ਹੈ ਐਚਡੀਐਫਸੀ ਵੀ ਐਡ ਕਰ ਦਿੱਤਾ ਗਿਆ। ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਨਵਾਂ ਨਵਾਂ ਕੀ ਹੋਇਆ, ਠੀਕ ਹੈ। ਤੇ ਹੁਣ ਜਿਹੜਾ ਆਖਰੀ ਹੁਣ ਅਸੀਂ ਕਰ ਰਹੇ ਇਹ ਹੈ ਕਿ 2013 ਦੇ ਇਹਦੇ ਵਿੱਚ ਥੋੜੇ ਜਿਹੇ ਜ਼ਿਆਦਾ ਕੁਐਸਚਨ ਆਏ ਸੀਗੇ, ਠੀਕ ਹੈ, ਤੇ ਥੋੜੇ ਜਿਹੇ ਫੈਕਚੁਅਲ ਸੀਗੇ। ਹੁਣ ਜਿਹੜਾ ਆਹ ਕੁਐਸਚਨ ਹੈ ਇਹਨਾਂ ਨੇ ਇਹ ਪੁੱਛਿਆ ਕਿ ਜਦ ਆਰਬੀਆਈ ਹੈ ਉਹ ਨੋਟਸ ਪ੍ਰਿੰਟ ਕਰਦੀ ਹੈ, ਠੀਕ ਹੈ, ਉਹਦੇ ਵਿੱਚੋਂ ਦੋ ਜਿਹੜੀਆਂ ਪ੍ਰਿੰਟਿੰਗ ਪ੍ਰੈਸ ਹੈ ਉਹ ਗਵਰਨਮੈਂਟ ਆਫ ਇੰਡੀਆ ਓਨ ਕਰਦੀ ਹੈ ਤੇ ਜਿਹੜੇ ਦੋ ਤੁਹਾਡੇ ਪ੍ਰਿੰਟਿੰਗ ਪ੍ਰੈਸ ਹੈ ਇਹ ਆਰਬੀਆਈ ਓਨ ਕਰਦੀ ਹੈ। ਹੁਣ ਪੁੱਛਿਆ ਇਹ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਕਿਹੜੇ ਉਹ ਪ੍ਰਿੰਟਿੰਗ ਪ੍ਰੈਸ ਇੱਥੇ ਨਹੀਂ ਐਗਜ਼ਿਸਟ ਕਰਦੇ। ਤੇ ਤੁਸੀਂ ਜੇ ਆਰਬੀਆਈ ਦੀ ਆਪਣੀ ਵੈਬਸਾਈਟ ਤੇ ਵੀ ਜਾਓ, ਉੱਥੇ ਪੜੋ, ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਇੱਕ ਨਾਸਿਕ ਚ ਹੈ, ਇੱਕ ਦੇਵਾਸ ਵਿੱਚ ਹੈ, ਇੱਕ ਮੈਸੂਰ ਵਿੱਚ ਹੈ ਤੇ ਇੱਕ ਸਲਬੋਨੀ ਵਿੱਚ ਹੈ। ਹੈਦਰਾਬਾਦ ਵਿੱਚ ਸਾਡੀ ਕੋਈ ਪ੍ਰਿੰਟਿੰਗ ਪ੍ਰੈਸ ਨਹੀਂ ਹੈ, ਤਾਂ ਇਹਦਾ ਆਨਸਰ ਸੀਗਾ ਡੀ। ਹੁਣ ਮੇਰਾ ਇੱਕ ਰეკਮੈਂਡੇਸ਼ਨ ਇਹੀ ਹੈ ਕਿ ਤੁਸੀਂ ਜਦ ਇਕਨੋਮਿਕਸ ਪੜ੍ਹਨੀ ਹੈ ਤੁਸੀਂ ਆਰਬੀਆਈ ਦੀ ਵੈਬਸਾਈਟ ਤੇ ਜਾਓ, ਉਹਦੇ ਵਿੱਚ ਗਲੋਸਰੀ ਪੂਰੀ ਪੜ੍ਹ ਲਓ। ਉੱਥੇ ਜੋ ਜੋ ਵੀ ਡੇਟਾ ਦਿੱਤਾ ਹੋਇਆ ਹੈ, not like the factual numbers ਵਾਲਾ ਡੇਟਾ, ਲੇਕਿਨ ਜਿਹੜਾ ਇਹ ਕੁਐਸਚਨ ਹੈ ਇਹ ਤੁਹਾਡਾ ਆਰਬੀਆਈ ਦੀ ਵੈਬਸਾਈਟ ਤੋਂ ਪੁੱਛਿਆ ਗਿਆ। ਇਹਦੇ ਵੱਲੋਂ ਅਗਲਾ ਜਿਹੜਾ ਕੁਐਸਚਨ ਹੈ ਇਹ ਵੀ ਤੁਹਾਡਾ ਆਰਬੀਆਈ ਦੀ ਵੈਬਸਾਈਟ ਤੋਂ ਪੁੱਛਿਆ ਗਿਆ। ਤਾਂ ਸਭ ਤੋਂ ਜ਼ਿਆਦਾ ਜੇ ਕੱਲ ਕੰਟਰੋਵਰਸੀ ਵੀ ਹੋ ਜਾਂਦੀ ਕਿ ਕੀ ਆਨਸਰ ਸਹੀ ਹੈ, ਤਾਂ ਜੋ ਆਰਬੀਆਈ ਨੇ ਕਿਹਾ ਉਹੀ ਮੰਨਿਆ ਜਾਏਗਾ। ਤਾਂ ਆਰਬੀਆਈ ਦੀ ਵੈਬਸਾਈਟ ਤੇ ਜਾ ਕੇ ਗਲੋਸਰੀ ਪੜੋ ਤੇ ਸਾਰੀਆਂ ਜੋ ਵੀ ਡੇਟਾ ਦਿੱਤਾ ਹੋਇਆ ਉਹ ਉੱਥੋਂ ਹੀ ਤਿਆਰੀ ਕਰਨ ਦੀ ਕੋਸ਼ਿਸ਼ ਕਰੋ। ਹੁਣ ਇਹ ਤੁਹਾਨੂੰ ਕਿਸੇ ਇੰਸਟੀਚਿਊਟ ਦੇ ਨੋਟਸ ਇਹ ਮਿਲਣਾ ਮੁਸ਼ਕਿਲ ਹੈ ਤੁਹਾਨੂੰ, ਠੀਕ ਹੈ। ਇਹ ਕਿੱਥੋਂ ਹੈ? ਆਰਬੀਆਈ ਦੀ ਵੈਬਸਾਈਟ ਚੋਂ। ਦ ਫਰਸਟ ਬੈਂਕ ਨੋਟ ਇਸ਼ੂਡ ਬਾय ਆਰਬੀਆਈ was bearing the portrait of which of the following। ਜਦ ਆਰਬੀਆਈ ਫਾਰਮ ਹੋਇਆ ਉਹਨੇ ਫਰਸਟ ਟਾਈਮ ਨੋਟਸ ਪ੍ਰਿੰਟ ਕੀਤੇ ਹੈ ਤੇ ਫਿਰ ਕਿਹੜੀ ਜਿਹੜੀ ਸ਼ਖਸੀਅਤ ਹੈ ਤੁਹਾਡੇ ਨੋਟ ਤੇ ਜਿਹਦੀ ਫੋਟੋ ਸੀਗੀ, ਕਿਹਦਾ ਪੋਰਟਰੇਟ ਸੀਗਾ। ਪਹਿਲਾਂ ਜਦ ਡਿਸਾਈਡ ਕੀਤਾ ਗਿਆ ਸੀਗਾ ਤਾਂ ਇਹ ਡਿਸਾਈਡ ਕੀਤਾ ਗਿਆ ਸੀ ਕਿ ਐਡਵਰਡ 8 ਦੀ ਫੋਟੋ ਹੋਏਗੀ, ਲੇਕਿਨ ਬਾਅਦ ਵਿੱਚ ਉਹ ਬਿਮਾਰ ਹੋ ਗਏ ਸੀ, ਡਿਲੇ ਹੋ ਗਿਆ ਸੀ ਪ੍ਰੋਸੈਸ, ਤੇ ਫਿਰ ਜਾਰਜ 6 ਜੋ ਹੈ ਉਹਨਾਂ ਦੀ ਪੋਰਟਰੇਟ ਹੈ ਸਾਡੇ ਨੋਟਸ ਤੇ ਸੀਗਾ। ਤੇ ਕਾਫੀ ਇੰਪੋਰਟੈਂਟ ਹੈ ਕਿ ਫਰਸਟ ਆਰਬੀਆਈ ਨੇ ਨੋਟ ਪ੍ਰਿੰਟ ਕੀਤਾ ਸੀਗਾ ਤਾਂ ਜਾਰਜ 6 ਦੀ ਫੋਟੋ ਉਹਦੇ ਉੱਪਰ ਦਿੱਤੀ ਗਈ ਸੀ। ਅਗਲਾ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਹਾਈ ਪਾਵਰਡ ਮਨੀ। ਇਹਦੀ ਡੈਫੀਨੇਸ਼ਨ ਵੀ ਸਾਡੇ ਨੋਟਸ ਵਿੱਚ ਵੀ ਹੈ, ਆਰਬੀਆਈ ਦੀ ਵੈਬਸਾਈਟ ਵਿੱਚ ਵੀ ਹੈ। ਤੇ ਜਿਹੜੀ ਵੀ ਆਰਬੀਆਈ ਦੀ ਟੋਟਲ ਲਾਇਬਿਲਿਟੀ ਹੁੰਦੀ ਹੈ ਨਾ, ਦੇਣਦਾਰੀ ਜਿਹੜੀ ਹੈਗੀ ਆ, ਉਹ ਸਾਰੀ ਹਾਈ ਪਾਵਰਡ ਮਨੀ ਉਹਨੂੰ ਬੋਲਿਆ ਜਾਂਦਾ ਹੈ। ਪਹਿਲਾ ਸਟੇਟਮੈਂਟ ਸਹੀ ਹੈ, ਜਿੰਨੇ ਵੀ ਨੋਟ ਹੈ, ਜਿੰਨੇ ਵੀ ਵਾਲਟ ਵਿੱਚ ਕੈਸ਼ ਪਿਆ, ਜਿੰਨਾ ਪਬਲਿਕ ਦੇ ਕੋਲ ਕੈਸ਼ ਹੈ, ਸਾਰੀ ਦੀ ਸਾਰੀ ਜਿਹੜੀ ਹੈਗੀ ਆ ਆਰਬੀਆਈ ਦੀ ਹਾਈ ਪਾਵਰਡ ਮਨੀ ਮੰਨਿਆ ਜਾਂਦਾ ਉਹਨੂੰ। ਤਾਂ ਸੈਕਿੰਡ ਵੀ ਸਹੀ ਸੀਗਾ। ਤੇ ਇਹਦੇ ਵਿੱਚ ਲਿਖਿਆ ਨਾਟ ਰੀਫੰਡੇਬਲ ਹੈ, ਇਹ ਬਿਲਕੁਲ ਗਲਤ ਹੈ। ਆਰਬੀਆਈ ਜੋ ਹੈ ਅਸੀਂ ਉਹਨੂੰ ਕਦੇ ਵੀ ਡਿਮਾਂਡ ਕਰ ਸਕਦੇ ਹਾਂ ਜਾ ਕੇ। ਜਦ ਤੁਸੀਂ ਨੋਟ ਤੇ ਵੀ ਦੇਖੋ ਉਹਦੇ ਵਿੱਚ ਲਿਖਿਆ ਹੁੰਦਾ ਕਿ ਮੈਂ ਧਾਰਕ ਕੋ ਇਤਨੇ 100 रुपए देने का वादा करता हूँ, ਏਦਾਂ ਦੀ ਕੁਝ ਲੈਂਗੁਏਜ ਲਿਖੀ ਹੁੰਦੀ ਹੈ। ਤਾਂ ਉਹ ਇਹਦਾ ਮਤਲਬ ਹੈ ਕਿ ਔਨ ਡਿਮਾਂਡ ਡਿਪੋਜ਼ਿਟ ਹੋਲਡਰ ਨੂੰ ਡਿਪੋਜ਼ਿਟਸ ਮਿਲ ਸਕਦੇ ਆ। ਤਾਂ ਇਹ ਵਾਲੀ ਸਟੇਟਮੈਂਟ ਗਲਤ ਸੀਗੀ ਤੇ 69 ਦਾ 1 ਐਂਡ 2 ਸਹੀ ਆਨਸਰ ਹੈ। ਅਗਲਾ ਹੈ ਮੈਨੇਜਡ ਫਲੋਟਿੰਗ ਸਿਸਟਮ। ਇਹ ਸਾਡੇ ਨੋਟਸ ਚ ਡਾਇਰੈਕਟ ਦਿੱਤਾ ਹੋਇਆ ਹੈ। ਇਹ ਬਹੁਤ ਹੀ ਜ਼ਿਆਦਾ ਈਜ਼ੀ ਕੁਐਸਚਨ ਹੈ। ਇਹ ਤੁਹਾਡੀ ਐਨਸੀਈਆਰਟੀ +2 ਮੈਕਰੋ ਇਕਨੋਮਿਕਸ ਵਿੱਚ ਵੀ ਦਿੱਤਾ ਹੋਇਆ ਹੈ ਕਿ ਇੰਡੀਆ ਨੇ ਜਿਹੜਾ ਹੈ ਉਹ ਮੈਨੇਜਡ ਫਲੋਟਿੰਗ ਸਿਸਟਮ ਫੋਲੋ ਕਰਦਾ ਹੈ ਵਿਚ ਇਜ਼ ਦ ਮਿਕਸਚਰ ਆਫ both fixed and flexible। ਤੇ ਇਹ ਵਾਲੀ ਸਟੇਟਮੈਂਟ ਤੁਹਾਡੀ ਸਹੀ ਹੈ। ਇਹਨੂੰ ਡਰਟੀ ਫਲੋਟਿੰਗ ਵੀ ਕਿਹਾ ਜਾਂਦਾ ਹੈ, ਇਹ ਵੀ ਸਹੀ ਹੈ। ਇਹ ਚ ਲਿਖਿਆ ਇੰਡੀਆ ਹੈਜ਼ ਨਾਟ ਸ਼ਿਫਟਡ ਟੂ ਮੈਨੇਜ ਫਲੋਟਿੰਗ, ਇਹ ਗਲਤ ਹੈ। ਤੇ ਚੌਥਾ ਸਟੇਟਮੈਂਟ ਹੈ ਉਹ ਵੀ ਗਲਤ ਹੈ। ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਕਰੈਕਟ ਪੁੱਛਿਆ ਹੈ ਕਿ ਨਾਟ ਕਰੈਕਟ ਪੁੱਛਿਆ ਹੈ। ਤਾਂ ਨਾਟ ਕਰੈਕਟ ਹੈ ਇਹਦੇ ਵਿੱਚ ਤੇ ਇਹਦਾ ਆਨਸਰ ਸੀਗਾ 3 ਐਂਡ 4। ਇਹ ਵੀ ਕਾਫੀ ਬੇਸਿਕ ਕੁਐਸਚਨ ਹੈ, ਇਹ ਮਤਲਬ ਗਲਤ ਨਹੀਂ ਹੋਣਾ ਚਾਹੀਦਾ ਸੀ ਤੁਹਾਡਾ। ਫਿਰ ਹੈ 71st ਕੁਐਸਚਨ। 71st ਕੁਐਸਚਨ ਹੈ ਜੀਐਸਟੀ। ਜੀਐਸਟੀ ਨਿਊਜ਼ ਵਿੱਚ ਹੈ, ਫਾਈਨੈਂਸਿਸ ਨਾਲ ਰਿਲੇਟਡ ਹੈ, ਸਟੇਟ ਐਂਡ ਸੈਂਟਰ ਦੋਨੋਂ ਹੀ ਜੀਐਸਟੀ ਚ ਇੰਟਰਸਟਿਡ ਹੈ। ਤੇ ਇਸ ਦ ਨੈਕਸਟ ਲੌਜੀਕਲ ਸਟੈਪ ਟੂਵਰਡਸ ਕੰਪਰੀਹੈਂਸਿਵ ਇਨਡਾਇਰੈਕਟ ਟੈਕਸ ਰਿਫਾਰਮਸ। ਤੇ ਇਹਦੇ ਨਾਲ ਕੀ ਹੋਏਗਾ GST ਲਿਆਉਣ ਨਾਲ? with the introduction of GST the burden of central sales tax will be removed। ਹਾਂਜੀ, ਅਸੀਂ ਕਿੰਨੇ ਸਾਰੇ ਜਿਹੜੇ ਟੈਕਸਿਸ ਹੈ ਉਹਨਾਂ ਨੂੰ ਹਟਾ ਕੇ GST ਲੈ ਕੇ ਆਂਦਾ ਹੈ। for introduction of GST at state level state should be given the power to levy taxes on services। ਤਾਂ ਸੈਂਟਰ ਵੀ ਟੈਕਸ ਲਿਵਾਈ ਕਰੇਗੀ, ਸਟੇਟ ਵੀ ਕਰੇਗਾ। ਦੂਜੀ ਸਟੇਟਮੈਂਟ ਵੀ ਬਿਲਕੁਲ ਸਹੀ ਹੈ ਤੇ ਇਹਦਾ ਆਨਸਰ ਸੀਗਾ C both 1 and 2। ਅਗਲਾ ਹੈ which of the following would contribute to the inflation more।
ਕਿਹੜੀ ਚੀਜ਼ ਨਾਲ ਤੁਹਾਡੀ ਇਨਫਲੇਸ਼ਨ ਵਧੇਗੀ, ਇਹ ਬਹੁਤ ਈਜ਼ੀ ਸੀਗਾ। ਕੋਈ ਵੀ ਤੁਸੀਂ ਚੀਜ਼ ਕਰੋ, ਇਨਫਲੇਸ਼ਨ ਵੱਧਦੀ ਹੈ ਘਟਦੀ ਹੈ, ਲੇਕਿਨ ਜਦ ਤੁਸੀਂ ਨਵਾਂ ਪੈਸਾ ਛਾਪ ਕੇ ਮਾਰਕੀਟ 'ਚ ਲੈ ਆਓਗੇ ਤਾਂ ਆਬਵੀਅਸਲੀ ਇਨਫਲੇਸ਼ਨ ਵਧੇਗੀ। ਲੋਕਾਂ ਕੋਲ ਜ਼ਿਆਦਾ ਪੈਸਾ ਹੈ, ਠੀਕ ਹੈ, ਤੇ ਉਹ ਉਸੇ ਚੀਜ਼ ਲਈ ਜ਼ਿਆਦਾ ਪੈਸਾ ਦੇਣ ਲਈ ਰੈਡੀ ਹੋ ਜਾਂਦੇ ਆ, ਠੀਕ ਹੈ। ਸਪਲਾਈ ਤੁਹਾਡੇ ਕੋਲ ਸ਼ਾਰਟ ਟਰਮ ਵਿੱਚ ਹਮੇਸ਼ਾ ਘੱਟ ਰਹਿੰਦਾ ਹੈ, ਠੀਕ ਹੈ। ਜੇ ਤੁਸੀਂ ਕੋਈ ਚੀਜ਼ ਵੇਚ ਵੀ ਰਹੇ ਹੋ, ਤੁਹਾਡੀ ਫੈਕਟਰੀ, ਤੁਸੀਂ ਇੱਕ ਦਿਨ ਦੇ ਵਿੱਚ ਤਾਂ ਨਹੀਂ ਆਪਣਾ ਮਾਲ ਵਧਾ ਸਕਦੇ, ਸਪਲਾਈ ਨਹੀਂ ਵਧਾ ਸਕਦੇ, ਲੇਕਿਨ ਜੇ ਮਨੀ ਤੁਸੀਂ ਨਵੀਂ ਛਾਪ ਦਿੰਦੇ ਹੋ, ਠੀਕ ਹੈ, ਉਹਦੇ ਨਾਲ ਫਿਰ ਜਿਹੜਾ ਤੁਹਾਡਾ ਇਨਫਲੇਸ਼ਨ ਹੈ ਉਹ ਵੱਧ ਜਾਂਦਾ, ਠੀਕ ਹੈ। ਸਪਲਾਈ ਨਹੀਂ ਤੁਹਾਡੀ ਵਧੀ ਹੈਗੀ, ਲੇਕਿਨ ਲੋਕਾਂ ਦੇ ਹੱਥ 'ਚ ਪੈਸਾ ਜ਼ਿਆਦਾ ਆ ਗਿਆ, ਤਾਂ ਉਹੀ ਸੇਮ ਚੀਜ਼ ਨੂੰ ਖਰੀਦਣ ਲਈ ਤੁਹਾਡੇ ਕੋਲ ਜ਼ਿਆਦਾ ਲੋਕ ਹੋ ਗਏ, ਤਾਂ ਇੱਕ ਕਹੇਗਾ ਮੈਂ 100 ਦੇਣ ਨੂੰ ਰੈਡੀ, ਇੱਕ ਕਹੇਗਾ ਮੈਂ 110। ਇਸੇ ਤਰੀਕੇ ਫਿਰ ਤੁਹਾਡੀ ਇਨਫਲੇਸ਼ਨ ਜਿਹੜੀ ਵਧੇਗੀ। ਤਾਂ ਇਹਦਾ ਆਨਸਰ ਸੀਗਾ ਕਿ ਕ੍ਰੀਏਟਿੰਗ ਨਿਊ ਮਨੀ ਟੂ ਫਾਈਨੈਂਸ ਬਜਟ ਡੈਫਿਸਿਟ ਜੋ ਹੈ ਉਹ ਇਨਫਲੇਸ਼ਨ ਵਿੱਚ ਜ਼ਿਆਦਾ ਕੰਟਰੀਬਿਊਟ ਕਰੇਗਾ, ਠੀਕ ਹੈ। ਅਗਲਾ ਤੁਹਾਡੇ ਕੋਲ ਕੁਐਸਚਨ ਹੈ, ਡੀਮਿਊਚੁਅਲਾਈਜੇਸ਼ਨ ਇਨ ਦ ਕੰਟੈਕਸਟ ਆਫ ਸਟਾਕ ਮਾਰਕੀਟਸ ਮੀਨਸ। ਇਹ ਥੋੜਾ ਜਿਹਾ ਡਿਫਿਕਲਟ ਕੈਟੇਗਰੀ ਦਾ ਕੁਐਸਚਨ ਹੈ, ਕਿਉਂਕਿ ਜਿਹੜੇ ਇਹ ਖਾਸਾ ਨਿਊਜ਼ ਵਿੱਚ ਵੀ ਨਹੀਂ ਸੀਗਾ ਉਸ ਟਾਈਮ ਤੇ ਇਹ ਉਹਨਾਂ ਕੁਐਸਚਨਸ ਹੈ ਕਿ ਜਿਹੜਾ ਤੁਹਾਨੂੰ ਦੇਖ ਕੇ ਲੱਗੇਗਾ ਕਿ ਯਾਰ ਇਹ ਤਾਂ ਕਿਤੇ ਵੀ ਨਹੀਂ ਪੜਿਆ, ਲੇਕਿਨ ਘਬਰਾਣਾ ਨਹੀਂ ਹੈ, ਠੀਕ ਹੈ। ਤੁਸੀਂ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਵੀ ਆਪਸ਼ਨਸ ਦੇਖ ਕੇ ਤੁਸੀਂ ਐਲੀਮੀਨੇਟ ਕਰ ਸਕੋ। ਤੇ ਵੈਸੇ ਡੀਮਿਊਚੁਅਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਸੈਪਰੇਸ਼ਨ ਆਫ ਓਨਰਸ਼ਿਪ ਫਰੋਮ ਦੀ ਮੈਨੇਜਮੈਂਟ ਆਫ ਦ ਸਟਾਕ ਐਕਸਚੇਂਜ, ਠੀਕ ਹੈ। ਤੇ ਜੇ ਤੁਸੀਂ ਇਸ ਸਾਲ ਸੈਬੀ ਵਗੈਰਾ ਦਾ ਏ ਗ੍ਰੇਡ ਦਾ ਪੇਪਰ ਭਰਿਆ, ਉਹਦੇ ਵਿੱਚ ਇਦਾਂ ਦੇ ਕੁਐਸਚਨਸ ਆਉਣ ਦੇ ਕਾਫੀ ਚਾਂਸਸ ਹੈ ਕਿ ਡੀਮਿਊਚੁਅਲਾਈਜੇਸ਼ਨ ਦਾ ਮਤਲਬ ਹੈ ਜਦ ਤੁਸੀਂ ਓਨਰਸ਼ਿਪ ਨੂੰ ਮੈਨੇਜਮੈਂਟ ਤੋਂ ਅਲੱਗ ਕਰ ਦਿੰਦੇ ਹੋ ਸਟਾਕ ਐਕਸਚੇਂਜ ਦੇ ਵਿੱਚ, ਉਹਨੂੰ ਡੀਮਿਊਚੁਅਲਾਈਜੇਸ਼ਨ ਬੋਲਿਆ ਜਾਂਦਾ ਹੈ, ਠੀਕ ਹੈ। ਅਗਲਾ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਫਾਰਵਰਡ ਮਾਰਕੀਟ ਕਮਿਸ਼ਨ ਦੇ ਬਾਰੇ ਪੁੱਛਿਆ ਗਿਆ ਹੈ। ਫਾਰਵਰਡ ਮਾਰਕੀਟ ਕਮਿਸ਼ਨ ਨਾ ਕਾਫੀ ਨਿਊਜ਼ ਵਿੱਚ ਸੀਗਾ, ਕਿਉਂਕਿ ਇਹ ਤਾਂ 2013 ਦਾ ਕੁਐਸਚਨ ਹੈ। 2015 ਦੇ ਵਿੱਚ ਕੀ ਹੋਇਆ, ਜਿਹੜੀ ਸੈਬੀ ਹੈ ਉਹਨੇ ਐਫਐਮਸੀ ਨੂੰ ਓਵਰਟੇਕ ਕਰ ਲਿਆ ਹੋਇਆ, ਤੇ ਇਹ ਕੰਪੈਰੀਟਿਵਲੀ ਥੋੜਾ ਰਿਡੰਡੈਂਟ ਕੁਐਸਚਨ ਹੈ, ਲੇਕਿਨ ਇਹਦਾ ਆਨਸਰ ਸੀਗਾ A 1 and 2, C ਗਲਤ ਸੀਗਾ, ਕਿਉਂਕਿ ਇਹ ਵਧੀਆ ਕੁਐਸਚਨ ਪੁੱਛਿਆ ਗਿਆ ਸੀਗਾ ਕਿਉਂਕਿ ਫਾਰਵਰਡ ਮਾਰਕੀਟ ਕਮਿਸ਼ਨ ਜੋ ਹੈ ਉਹ ਕਮੋਡਿਟੀ ਫਿਊਚਰਸ ਨੂੰ ਰੈਗੂਲੇਟ ਕਰਦਾ ਹੈ, ਫਾਈਨੈਂਸ਼ੀਅਲ ਨੂੰ ਨਹੀਂ ਕਰਦਾ। ਹੁਣ ਤਾਂ ਚਲੋ ਸਾਰਾ ਕੁਝ ਜੋ ਹੈ ਸੈਬੀ ਦੇ ਅੰਡਰ ਹੀ ਆ ਜਾਂਦਾ, ਤੇ ਇਹਨੂੰ ਜ਼ਿਆਦਾ ਡਿਸਕਸ ਕਰਨ ਦਾ ਹਾਲੇ ਫਾਇਦਾ ਨਹੀਂ ਹੈ। ਅਗਲਾ ਹੈ ਕੰਸੀਡਰ ਦ ਫੋਲੋਇੰਗ ਰਿਗਾਰਡਿੰਗ ਨਾਨ ਪਰਫਾਰਮੈਂਸ ਐਸੈਟ। 2013 ਦਾ ਕੁਐਸਚਨ ਹੈ, ਤਦ ਇਹ ਕਾਫੀ ਨਿਊਜ਼ ਵਿੱਚ ਸੀਗਾ ਕਿ ਸਾਡੇ ਜਿਹੜੇ ਬੈਂਕਸ ਹੈ ਉਹਨਾਂ ਨੂੰ ਲੋਨਸ ਵਾਪਸ ਨਹੀਂ ਮਿਲ ਰਹੇ, ਨਾਨ ਪਰਫਾਰਮਿੰਗ ਐਸੈਟਸ ਹੈ ਉਹ ਵੱਧਦੀਆਂ ਜਾ ਰਹੀਆਂ ਬਹੁਤ ਜ਼ਿਆਦਾ। ਤਾਂ ਨਾਨ ਪਰਫਾਰਮਿੰਗ ਐਸੈਟ ਤੁਸੀਂ ਹੁਣ ਵੀ ਇੰਨਾ ਨਿਊਜ਼ 'ਚ ਪੜ੍ਹਦੇ ਹੋ, ਤਾਂ ਨਾਨ ਪਰਫਾਰਮਿੰਗ ਐਸੈਟ ਦਾ ਮਤਲਬ ਕੀ ਹੈ ਉਹ ਤੁਹਾਨੂੰ ਪੁੱਛਿਆ ਗਿਆ। ਤਾਂ ਇਹ ਜਿਹੜੇ ਸਾਰੇ ਸਟੇਟਮੈਂਟ ਸੀਗੇ ਉਹ ਸਹੀ ਸੀਗੇ, 1 and 2 3 ਇਹਦਾ ਆਨਸਰ ਸੀਗਾ। ਇਹ ਕਰੰਟ ਵਿੱਚੋਂ ਵੀ, ਇਹ ਸਟੈਟਿਕ ਵਿੱਚ, ਇਹ ਸਾਡੀ ਬੁਕਲੇਟਸ ਵਿੱਚ ਅਸੀਂ ਇਹ ਕਵਰ ਕੀਤਾ ਹੋਇਆ। ਅਗਲਾ ਹੈ ਟਵਿਨ ਡੈਫਿਸਿਟ ਬੇਸਿਕਲੀ ਰੈਫਰਸ ਟੂ। ਟਵਿਨ ਡੈਫਿਸਿਟ ਦਾ ਕੀ ਮਤਲਬ ਹੁੰਦਾ ਹੈ? ਉਹਦਾ ਮਤਲਬ ਹੁੰਦਾ ਹੈ ਕਿ ਸਿਚੁਏਸ਼ਨ ਆਫ ਲਾਰਜ ਕਰੰਟ ਅਕਾਊਂਟ ਐਂਡ ਫਿਸਕਲ ਡੈਫਿਸਿਟ, ਜਾਂ ਤੁਹਾਡੇ ਕੋਲ ਦੋਨੋਂ ਟਾਈਪ ਦੇ ਡੈਫਿਸਿਟਸ ਹੋ ਜਾਂਦੇ ਆ ਕਿ ਬਜਟ ਵੀ ਤੁਹਾਡਾ ਡੈਫਿਸਿਟ ਵਿੱਚ ਵੀ ਹੈ, ਫਿਸਕਲ ਵੀ ਤੁਹਾਡਾ ਡੈਫਿਸਿਟ ਚੱਲ ਰਿਹਾ ਹੈ, ਤਾਂ ਦੋਨੋਂ ਟਾਈਪ ਦਾ ਜਦ ਤੁਹਾਡੇ ਕੋਲ ਡੈਫਿਸਿਟ ਹੋ ਗਿਆ, ਤੁਸੀਂ ਸਿਰਫ ਟਵਿਨ ਦਾ ਮਤਲਬ ਕੀ ਹੈ ਕਿ ਦੋ ਟਾਈਪ ਦਾ ਡੈਫਿਸਿਟ ਹੈ, ਉਹ ਫਿਰ ਇਹੀ ਆਪਸ਼ਨ ਬਣਦਾ ਹੈ। ਆਲਦੋ ਇਹ ਸਭ ਤੋਂ ਬੇਸਿਕ ਕੈਟੇਗਰੀ ਦਾ ਕੁਐਸਚਨ ਹੈ, ਕਲਾਸ ਵਿੱਚ ਤੁਹਾਨੂੰ ਦੂਜੇ ਤੀਜੇ ਲੈਕਚਰ ਵਿੱਚ ਇਹ ਕਵਰ ਕਰਵਾ ਦਿੱਤਾ ਜਾਏਗਾ। ਅਗਲਾ ਹੈ ਕੰਸੀਡਰ ਦ ਲਿਕੁਇਡਿਟੀ ਐਸੈਟਸ ਫॉलोइंग लिक्विडिटी के सीक्वेंस लगाना है इन दी ऑर्डर ऑफ डिक्रीजिंग ऑर्डर ऑफ लिक्विडिटी। ਤੇ ਡਿਕਰੀਜ਼ਿੰਗ ਆਰਡਰ ਸਭ ਤੋਂ ਜ਼ਿਆਦਾ ਲਿਕੁਇਡ ਸਭ ਤੋਂ ਪਹਿਲਾਂ ਰੱਖਣੀ ਹੈ, ਸਭ ਤੋਂ ਘੱਟ ਲਿਕੁਇਡ ਸਭ ਤੋਂ ਬਾਅਦ ਚ ਰੱਖਣੀ ਹੈ। ਲਿਕੁਇਡ ਜ਼ਿਆਦਾ ਹੋਣ ਦਾ ਕੀ ਮਤਲਬ ਹੈ ਕਿ ਕਿੰਨੀ ਛੇਤੀ ਤੁਸੀਂ ਉਹਨੂੰ ਪੈਸੇ ਵਿੱਚ ਕਨਵਰਟ ਕਰ ਸਕਦੇ ਹੋ। ਹੁਣ ਤੁਹਾਡੇ ਕੋਲ ਸਮਝ ਲਓ ਬੈਂਕ ਵਿੱਚ ਪੈਸਾ ਪਿਆ ਹੈ, ਇੱਕ ਤੁਹਾਡੇ ਕੋਲ ਜ਼ਮੀਨ ਪਈ ਹੈ, ਤੁਹਾਨੂੰ ਇਸੇ ਟਾਈਮ ਜਲਦੀ ਤੁਹਾਨੂੰ 2 ਲੱਖ ਰੁਪਏ ਦੀ ਲੋੜ ਹੈ, ਤੁਸੀਂ ਬੈਂਕ ਚੋਂ ਪੈਸਾ ਕਢਾਉਣ ਜਾਓਗੇ, ਜ਼ਮੀਨ ਵੇਚਣ ਜਾਓਗੇ, ਤੁਸੀਂ ਬੈਂਕ ਚੋਂ ਪੈਸਾ ਕਢਾਓਗੇ ਕਿਉਂਕਿ ਬੈਂਕ ਤੇ ਜਿਹੜਾ ਪੈਸਾ ਪਿਆ ਉਹ ਜ਼ਿਆਦਾ ਲਿਕੁਇਡ ਹੈ, ਉਹਨੂੰ ਮਨੀ ਚ ਕਨਵਰਟ ਕਰਨਾ ਜ਼ਿਆਦਾ ਈਜ਼ੀ ਹੈ। ਸਭ ਤੋਂ ਜ਼ਿਆਦਾ ਲਿਕੁਇਡ ਕਿਹੜੀ ਚੀਜ਼ ਹੋਈ? ਜਿਹੜਾ ਤੁਹਾਡੇ ਹੱਥ ਦੇ ਵਿੱਚ ਪੈਸਾ ਪਿਆ, ਯਾਨੀ ਕਿ ਕਰੰਸੀ, ਠੀਕ ਹੈ। ਤੇ ਕਰੰਸੀ ਵਿੱਚ ਕਿਹੜੀਆਂ, ਆਹ ਵਾਲੀ ਆਪਸ਼ਨ ਐਲੀਮਿਨੇਟ ਕਰ ਦਿਓ, ਸਭ ਤੋਂ ਜ਼ਿਆਦਾ ਲਿਕੁਇਡ ਹੈ ਕਰੰਸੀ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਤੁਹਾਡੇ ਕੋਲ ਹੋਰ ਕੀ ਪਿਆ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ? ਫਿਰ ਤੁਹਾਡੇ ਕੋਲ ਡਿਮਾਂਡ ਡਿਪੋਜ਼ਿਟਸ ਹੈ ਕਿ ਬੈਂਕ ਗਏ ਤੇ ਉਹਨਾਂ ਤੋਂ ਉਸੇ ਟਾਈਮ ਤੁਸੀਂ ਡਿਮਾਂਡ ਕਰਤੇ ਸਾਨੂੰ ਪੈਸੇ ਵਾਪਸ ਚਾਹੀਦੇ ਆ। ਫਿਰ ਹੈ ਸੇਵਿੰਗਸ, ਫਿਰ ਹੈ ਟਾਈਮ ਡਿਪੋਜ਼ਿਟ। ਜੇ ਤੁਸੀਂ ਐਫਡੀ ਵਗੈਰਾ ਕਰਾਉਂਦੇ ਹੋ, ਜੇ ਤੁਸੀਂ ਪਹਿਲਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਕੁਝ ਪੈਨਲਟੀ ਲੱਗਦੀ ਹੈ, ਉਹ ਘੱਟ ਲਿਕੁਇਡ ਹੁੰਦੇ ਨੇ, ਉਹਨਾਂ ਨੂੰ ਪੈਸੇ 'ਚ ਕਨਵਰਟ ਕਰਨਾ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ, ਠੀਕ ਹੈ। ਤੇ ਇਹ ਵੀ ਤੁਹਾਡਾ ਕਾਫੀ ਈਜ਼ੀ ਹੈ, ਇਹ ਵੀ ਤੁਹਾਨੂੰ ਨੋਟਸ ਦੇ ਵਿੱਚ ਇਹ ਚੀਜ਼ ਕਵਰ ਕੀਤੀ ਹੋਈ ਮਿਲ ਜਾਏਗੀ। ਫਿਰ ਹੈ ਵਿਚ ਆਫ ਦ ਫੋਲੋਇੰਗ ਇਜ਼ ਆਰ ਅ ਪਾਰਟ ਆਫ ਦੀ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟਸ। ਬੈਲੈਂਸ ਆਫ ਪੇਮੈਂਟ ਦਾ ਪਹਿਲਾਂ ਵੀ ਕੁਐਸਚਨ ਹੈ, ਇਹ ਕਾਫੀ ਜ਼ਿਆਦਾ ਫੇਵਰੇਟ ਕੁਐਸਚਨ ਹੈ ਯੂਪੀਐਸਸੀ ਵਿੱਚ, ਪੀਸੀਐਸ ਵਿੱਚ ਇਹਦੇ ਆਉਣ ਦੇ ਕਾਫੀ ਜ਼ਿਆਦਾ ਚਾਂਸਸ ਹੈ। ਤੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਤੁਹਾਡੀਆਂ ਕੈਪੀਟਲ ਅਕਾਊਂਟ ਵਿੱਚ ਬੈਲੈਂਸ ਆਫ ਪੇਮੈਂਟਸ ਕਵਰ ਹੁੰਦੀਆਂ ਨੇ, ਤੇ ਇਹਦਾ ਆਨਸਰ ਸੀਗਾ B 1 2 and 3। ਲਾਸਟ ਕੁਐਸਚਨ, ਵੇਅਰ ਇਜ਼ ਦ ਸਟਾਕ ਐਕਸਚੇਂਜ ਲੋਕੇਟਡ ਇਨ ਪੰਜਾਬ? ਕਿਤੇ ਵੀ ਨਹੀਂ ਹੈ ਇਹਨਾਂ ਦੇ ਵਿੱਚੋਂ। ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਸਟਾਕ ਐਕਸਚੇਂਜ ਹੁੰਦੀ ਸੀਗੀ,
ਉਹ ਹੁਣ ਡਿਫੰਕਟ ਹੋ ਚੁੱਕੀ ਹੈ, ਉਹਨੂੰ ਫੰਕਸ਼ਨਿੰਗ ਨਹੀਂ ਹੈਗੀ। ਤਾਂ ਫਿਰ ਇਹਦਾ ਆਨਸਰ ਤੁਸੀਂ ਕੋਈ ਵੀ ਬੇਸਿਕ ਪੰਜਾਬ ਦੇ ਬਾਰੇ ਜਦ ਪੜ੍ਹੋਗੇ ਤਾਂ ਤੁਸੀਂ ਕੀ ਦੇਖੋਗੇ ਕਿ ਤੁਹਾਨੂੰ ਪਤਾ ਲੱਗ ਜਾਏਗਾ ਲੁਧਿਆਣਾ ਚ ਹੁੰਦੀ ਸੀਗੀ ਤੇ ਉਹਨੂੰ ਲੁਧਿਆਣਾ ਵੀ ਦਿਮਾਗ 'ਚ ਤੁਹਾਡੇ ਹੈ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਆਪਸ਼ਨ ਤਾਂ ਕਿਤੇ ਵੀ ਦਿੱਤਾ ਨਹੀਂ ਹੋਇਆ, ਤਾਂ ਡੀ ਨਨ ਆਫ ਦਾ ਅਬਵ ਹੈ ਜਿਹੜਾ ਉਹ ਇਹਦੇ ਵਿੱਚ ਕਰੈਕਟ ਆਨਸਰ ਹੈ। ਹੁਣ ਤੁਸੀਂ ਸਾਰੇ ਕੁਐਸਚਨ ਦੇਖ ਲਏ, ਤੁਹਾਨੂੰ ਪਤਾ ਲੱਗ ਗਿਆ। ਇੱਕ ਇਕਨੋਮਿਕਸ ਜਿਹੜੀ ਹੈ ਉਹਦੇ ਲਈ ਤੁਹਾਡੇ ਬਿਲਕੁਲ ਜਿਹੜੇ ਬੇਸਿਕ ਚੀਜ਼ਾਂ ਨੇ ਉਹੀ ਪੁੱਛਿਆ ਜਾਂਦੀਆਂ, ਕੋਈ ਹਾਈ-ਫਾਈ ਇਕਨੋਮਿਕਸ ਦਾ ਕੁਐਸਚਨ ਨਹੀਂ ਪੁੱਛਿਆ ਜਾਂਦਾ। ਦੂਜਾ ਕਰੰਟ ਅਫੇਅਰਸ ਜਿਹੜੇ 1 ਸਾਲ ਦੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕੋਈ ਗਵਰਨਮੈਂਟ ਨੇ ਨਵਾਂ ਸਟੈਪ ਲਿਆ ਇਕਨੋਮਿਕਸ ਦੇ ਵਿੱਚ, ਉਹ ਕਰਨਾ ਹੈ ਤੁਸੀਂ। ਇਕਨੋਮਿਕਸ ਦੇ ਵਿੱਚ ਪੰਜਾਬ ਦਾ ਬਜਟ, ਯੂਨੀਅਨ ਦਾ ਬਜਟ ਤੇ ਇਕਨੋਮਿਕ ਸਰਵੇ ਜਿਹੜਾ ਹੈ ਪੰਜਾਬ ਦਾ, ਜਿਹੜਾ ਉਹ ਤੁਸੀਂ ਜ਼ਰੂਰ ਪੜ੍ਹਨਾ ਹੈ। ਜਿਹੜੇ ਟਰਮਸ ਆਰਗੇਨਾਈਜੇਸ਼ਨਸ ਦਿੱਤੀਆਂ ਹੋਈਆਂ ਉਹ ਤੁਸੀਂ ਜ਼ਰੂਰ ਪੜ੍ਹਨੀ ਨੇ। ਕੋਈ ਮਤਲਬ ਬਹੁਤ ਔਖਾ ਕੰਮ ਨਹੀਂ ਹੈ ਕਿ ਇਕਨੋਮਿਕਸ ਤੁਹਾਡੇ ਸਾਰੇ ਵੀ ਸਹੀ ਹੋ ਸਕਦੇ ਆ। ਜਿੱਦਾਂ ਇੱਕ ਕੁਐਸਚਨ ਆ ਗਿਆ ਡੀਮਿਊਚੁਅਲਾਈਜੇਸ਼ਨ ਦਾ, ਇੱਕ ਅੱਧਾ ਹੋਰ ਕੁਐਸਚਨ ਸੀਗਾ ਨਿੱਕੀ ਇੰਡੈਕਸ ਵਾਲਾ। ਉਹਦੇ ਤੋਂ ਇਲਾਵਾ ਤੁਸੀਂ ਦੇਖੋ ਜੇ 50 ਕੁਐਸਚਨ ਵੀ ਸੀਗੇ ਤਾਂ ਤੁਸੀਂ 45 ਆਰਾਮ ਨਾਲ ਕਰ ਸਕਦੇ ਹੋ। ਠੀਕ ਹੈ, ਬੇਸਿਕ ਜਿਹੜੇ ਨੋਟਸ ਹੈ ਉਹ ਤੁਹਾਨੂੰ ਕਰਾਏ ਜਾਣਗੇ, ਕਲਾਸ ਸਾਰਾ ਕੁਝ ਕਵਰ ਕੀਤਾ ਜਾਏਗਾ। ਠੀਕ ਹੈ, ਇਸ ਲਈ ਤੁਸੀਂ ਭਾਵੇਂ ਟੈਸਟ, ਜੇ ਤੁਹਾਨੂੰ ਲੱਗਦਾ ਤੁਹਾਡੀ ਇਕਨੋਮਿਕਸ ਸਟਰੋਂਗ ਹੈ, ਤੁਸੀਂ ਸਿਰਫ ਟੈਸਟ ਲਗਾਉਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਰੰਟ ਵਿੱਚ ਹੋਰ ਤੁਹਾਨੂੰ ਕੀ ਕੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਹੋਰ ਤੁਹਾਨੂੰ ਕੋਈ ਵੀ ਕੁਐਰੀ ਹੋਵੇ ਪੀਸੀਐਸ ਦੇ ਰਿਗਾਰਡਿੰਗ, ਤੁਸੀਂ ਇੰਸਟੀਚਿਊਟ ਕਾਲ ਕਰੋ, ਰਾਜ ਸਰ ਨੂੰ ਫੋਨ ਕਰ ਸਕਦੇ ਹੋ, ਤੁਸੀਂ ਇੰਸਟੀਚਿਊਟ ਆ ਕੇ ਤੁਸੀਂ ਇਨਕੁਆਇਰੀ ਲੈ ਸਕਦੇ ਹੋ। ਠੀਕ ਹੈ, ਤੇ ਉਹ ਅਸੀਂ ਥੋੜਾ ਜਿਹਾ ਹਲੇ ਡਿਸਕਰੇਜ ਹੀ ਕਰਾਂਗੇ ਕਰੋਨਾ ਵਾਇਰਸ ਦੇ ਕਾਰਨ, ਲੇਕਿਨ ਤੁਸੀਂ ਕਾਲ ਕਰਕੇ ਤੁਸੀਂ ਕੋਈ ਵੀ ਕੁਐਰੀ ਹੈ ਉਹ ਲੈ ਸਕਦੇ ਹੋ। ਠੀਕ ਹੈ, ਤੇ ਤਿਆਰੀ ਹੁਣ ਸ਼ੁਰੂ ਕਰ ਦਿਓ, ਤੇ ਜਿਹੜੇ ਵੀ ਬੇਸਿਕਸ ਹੈ NCERTs ਵਗੈरह ਪੜ੍ਹਨੀ ਸ਼ੁਰੂ ਕਰੋ, ਐਂਡ ਦੈਨ ਯੂ ਕੈਨ ਮੂਵ ਅਪਨ ਟੂ ਦੀ ਇੰਸਟੀਚਿਊਟਸ ਨੋਟਸ ਜਾਂ ਜੋ ਵੀ ਤੁਸੀਂ ਰੈਫਰ ਕਰ ਰਹੇ ਹੋ। ਠੀਕ ਹੈ, ਆਲ ਦ ਬੈਸਟ।